ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਪ੍ਰਾਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੇ ਸ਼ਬਦ, ਆਪਣੀ ਬਾਣੀ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਅੱਜ ਨਾ ਸੁਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਦੁਹਾਗਣੀ, ਤੁਮ ਕਿਉ ਰਹਿਣ ਵਿਹਾਏ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਭਾਈ ਸਾਹਿਬ ਹੋਰਾਂ ਪਾਸੋਂ ਬੜੇ ਅਦਬ ਸਤਿਕਾਰ ਨਾਲ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਲੋਕ ਸ਼ੇਖ ਫਰੀਦ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1379 ਦੇ ਉੱਪਰ ਸੁਭਾਇਮਾਨ ਹੈ। ਇਹਦੇ ਤੋਂ ਪਹਿਲਾਂ 29 ਸ਼ਲੋਕਾਂ ਤੱਕ ਦੀ ਵਿਚਾਰ ਆਪ ਸੰਗਤਾਂ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ 3 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਜੋ ਵਿਚਾਰ ਭਗਤ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਉਹਨਾਂ ਇਸ ਸੰਸਾਰਕ ਜੀਵ, ਜਿਹਨੂੰ ਜੀਵ ਇਸਤਰੀ ਦੇ ਰੂਪ ਵਿੱਚ ਦਰਸਾਇਆ, ਔਰ ਅਕਾਲ ਪੁਰਖ ਪਰਮਾਤਮਾ ਜਿਹਨੂੰ ਪਤੀ ਦੇ ਰੂਪ ਵਿੱਚ ਉਹ ਦਰਸਾ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਜ਼ਿਕਰ ਕੀਤਾ ਜਿਸ ਜੀਵ ਇਸਤਰੀ ਦਾ ਪਿਆਰ ਆਪਣੇ ਪਤੀ ਨਾਲ ਬੇਇੰਤਹਾ, ਭਾਵ ਪਰਮੇਸ਼ਵਰ ਦੇ ਨਾਲ ਉਹਦਾ ਪ੍ਰੇਮ ਬੇਇੰਤਹਾ ਹੈ, ਉਹਦੀ ਗੱਲ ਕਰਦੇ ਆ। ਭਗਤ ਫਰੀਦ ਸਾਹਿਬ ਕਹਿੰਦੇ ਬੜਾ ਪਿਆਰ ਕਰਦੀ ਹੈ ਉਹ ਆਪਣੇ ਪਰਮੇਸ਼ਵਰ ਪਤੀ ਦੇ ਨਾਲ ਜੀਵ ਇਸਤਰੀ,
ਪ੍ਰੇਮ ਦੇ ਵਿੱਚ ਨਿਤਾ ਪ੍ਰਤੀ ਉਹਨੂੰ ਚੇਤੇ ਵੀ ਕਰਦੀ ਹੈ, ਉਹਨੂੰ ਯਾਦ ਵੀ ਕਰਦੀ ਹੈ, ਉਹਦਾ ਚਿੰਤਨ ਵੀ ਕਰਦੀ ਹੈ। ਇੱਕ ਸਮਾਂ ਐਸਾ ਬਣ ਗਿਆ, ਕੋਈ ਕਾਰਨ, ਕੋਈ ਰੀਜ਼ਨ ਐਸਾ ਬਣਿਆ ਵੀ ਉਸ ਦਿਨ ਉਹ ਆਪਣੇ ਪਰਮੇਸ਼ਵਰ ਨੂੰ, ਆਪਣੇ ਕੰਤ ਨੂੰ ਉਹ ਚੇਤੇ ਨਹੀਂ ਕਰ ਸਕੀ। ਤੇ ਜਦੋਂ ਚੇਤੇ ਨਹੀਂ ਕੀਤਾ, ਉਹਨੂੰ ਜੀਵਨ ਦੇ ਵਿਚਲੇ ਮਤਲਬ ਜਿਹੜਾ ਟਾਈਮ ਉਹਨੂੰ ਭੁੱਲਿਆ, ਜਿਸ ਟਾਈਮ ਉਹ ਵਿਸਰੀ, ਉਸ ਟਾਈਮ ਉਹਦੀ ਜ਼ਿੰਦਗੀ ਉਹਨੂੰ ਅਧੂਰੀ ਜਿਹੀ ਲੱਗਣ ਲੱਗੀ, ਮਹਿਸੂਸ ਹੋਈ ਵੀ ਮੇਰਾ ਜੀਵਨ ਅਧੂਰਾ ਹੈ। ਹੁਣ ਉਹ ਅਧੂਰਾ ਜੀਵਨ ਜਦੋਂ ਮਹਿਸੂਸ ਹੋਇਆ, ਉਹ ਬੈਠ ਕੇ ਮਨ ਹੀ ਮਨ ਵਿਚਾਰ ਕਰਨ ਲੱਗ ਪਈ ਵੀ ਮੈਂ ਤੇ ਅੱਜ ਕਿਤੇ ਕਿਸੇ ਕਾਰਨ ਕਰਕੇ ਆਪਣੇ ਕੰਤ ਨੂੰ, ਆਪਣੇ ਪਰਮੇਸ਼ਵਰ ਨੂੰ, ਆਪਣੇ ਪਤੀ ਦੀ ਚਿੰਤਨ ਨੂੰ ਭੁੱਲ ਗਈ ਤੇ ਮੇਰੀ ਆਹ ਹਾਲਤ ਹੈ, ਮੇਰੇ ਆਹ ਹਾਲਾਤ ਬਣ ਗਏ ਵੀ ਮੈਨੂੰ ਕੰਤ ਚੇਤੇ ਨਹੀਂ ਆਇਆ, ਮੈਨੂੰ ਪਰਮੇਸ਼ਵਰ ਚੇਤੇ ਨਹੀਂ ਆਇਆ, ਮੈਨੂੰ ਉਹ ਅਕਾਲ ਪੁਰਖ ਦੀ ਯਾਦ ਵਿਸਰੀ ਤੇ ਮੇਰੀ ਆਹ ਹਾਲਤ ਬਣ ਗਈ। ਫਿਰ ਸੋਚਿਆ ਉਹਨਾਂ ਬਾਰੇ ਜਿਹੜੀਆਂ ਚੇਤੇ ਹੀ ਕਦੇ ਨਹੀਂ ਕਰਦੀਆਂ, ਤੇ ਉਹਨਾਂ ਦੇ ਬਾਰੇ ਸੋਚਦਿਆਂ ਹੋਇਆਂ ਇੱਕ ਸਵਾਲ ਮਨ ਦੇ ਵਿੱਚ ਇਹ ਵੀ ਉਪਜ ਪਿਆ, ਉੱਠ ਪਿਆ ਵੀ ਮੈਂ ਤੇ ਅੱਜ ਚੇਤੇ ਨਹੀਂ ਕੀਤਾ ਤੇ ਇੰਨੇ ਦੁੱਖਾਂ, ਇੰਨੇ ਤਕਲੀਫਾਂ ਦੇ ਵਿੱਚ ਬੈਠੀ ਆ, ਇੰਨੀ ਤਕਲੀਫ ਏਦਾਂ ਦੇ ਹਾਲਾਤਾਂ ਵਿੱਚ ਮੈਂ ਬੈਠੀ ਆ, ਤੇ ਜਿਹੜੀਆਂ ਇਸਤਰੀਆਂ ਕਦੇ ਵੀ ਚੇਤੇ ਨਹੀਂ ਕਰਦੀਆਂ, ਉਹਨਾਂ ਦੀ ਜ਼ਿੰਦਗੀ ਕਿਵੇਂ ਲੰਘਦੀ ਹੋਏਗੀ। ਇਹ ਵਿਚਾਰ ਜਿਹੜੀ ਪਹਿਲੇ ਸ਼ਲੋਕ ਵਿੱਚ, ਜਿਹਨੂੰ ਭਗਤ ਫਰੀਦ ਸਾਹਿਬ ਨੇ ਆਖਿਆ, ਕਹਿੰਦੇ ਫਰੀਦਾ, ਉਹਨਾਂ ਨੇ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਮੈਂ ਅੱਜ ਆਪਣੇ ਕੰਤ ਨਾਲ ਸੁੱਤੀ ਨਹੀਂ, ਭਾਵ ਚੇਤੇ ਨਹੀਂ ਕੀਤਾ ਕੰਤ ਨੂੰ, ਤੇ ਹਾਲਾਤ ਕੀ ਬਣ ਗਏ, ਅੰਗ ਮੁੜੇ ਮੁੜ ਜਾਏ। ਹੁਣ ਅੰਗ ਮੁੜੇ ਮੁੜ ਜਾਣਾ ਜਿਹੜਾ, ਇਹ ਦੁੱਖ ਦਾ, ਤਕਲੀਫ ਦਾ ਪ੍ਰਤੀਕ, ਵੀ ਅੱਜ ਬੜੀ ਜ਼ਿਆਦਾ ਮੈਂ ਤਕਲੀਫ ਵਿੱਚ ਆ, ਅੱਜ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਆ, ਵੀ ਅੱਜ ਮੈਂ ਆਪਣੇ ਕੰਤ ਦੇ ਨਾਲ ਸੁੱਤੀ। ਇੱਥੇ ਲਫ਼ਜ਼ ਜਿਹੜਾ ਵਰਤਿਆ ਗਿਆ ਉਹ ਯਾਦ ਲਈ, ਚਿੰਤਨ ਲਈ, ਵੀ ਮੈਂ ਅੱਜ ਆਪਣੇ ਕੰਤ ਨੂੰ ਚੇਤੇ ਨਹੀਂ ਕੀਤਾ, ਅੱਜ ਆਪਣੇ ਪਰਮੇਸ਼ਵਰ ਪਤੀ ਦੀ ਯਾਦ ਵਿੱਚ ਮੈਂ ਜੁੜੀ ਨਹੀਂ, ਅੱਜ ਉਹਦਾ ਚਿੰਤਨ ਨਹੀਂ ਕੀਤਾ, ਤੇ ਮੇਰੇ ਹਾਲਾਤ ਕੀ ਬਣ ਗਏ, ਅੰਗ ਮੁੜੇ ਮੁੜ ਜਾਏ। ਹੁਣ ਮੇਰੇ ਅੰਗ, ਭਾਵ ਮੇਰਾ ਜਿਹੜਾ ਹਿਰਦਾ ਰੂਪੀ ਅੰਗ ਹੈ, ਉਹ ਕੀ ਹੈ, ਹੁਣ ਤਕਲੀਫ ਵਿੱਚ ਹੈ, ਮੁੜ ਮੁੜ ਕੇ ਜਾ ਰਿਹਾ, ਦੁਖੀ ਹੋ ਰਿਹਾ ਉਹ। ਤੇ ਨਾਲ ਫਿਰ ਇਹ ਕਿਹਾ, ਜਾਏ ਪੁੱਛੋ ਡੋਹਾਗਣੀ, ਉਹ ਜੀਵ ਇਸਤਰੀਆਂ ਜਿਹੜੀਆਂ ਪਤੀ ਵਾਲੇ ਪਾਸੇ ਤੋਂ ਪਾਸਾ ਹੀ ਵੱਟ ਚੁੱਕੀਆਂ ਨੇ, ਦੁਹਾਗਣਾ ਬਣ ਚੁੱਕੀਆਂ ਜਿਹੜੀਆਂ, ਤੁਮ ਕਿਉਂ ਰਹਿਣ ਵਿਹਾਏ, ਤੁਸੀਂ ਆਪਣੀ ਜ਼ਿੰਦਗੀ ਕਿਵੇਂ ਕੱਢਦੀ ਆਓ, ਤੁਹਾਡੇ ਦਿਨ ਕਿਵੇਂ ਲੰਘਦੇ, ਤੁਹਾਡਾ ਸਮਾਂ ਕਿਵੇਂ ਗੁਜ਼ਰਦਾ, ਤੁਹਾਡਾ ਸਮਾਂ ਕਿਵੇਂ ਬਤੀਤ ਹੁੰਦਾ। ਵੀ ਮੈਂ ਤੇ ਆਪਾਂ ਪਲ, ਦੋ ਪਲ ਚੇਤਾ ਭੁੱਲਿਆ ਸੀ ਮੈਨੂੰ, ਤੇ ਉਹ ਦੋ ਪਲਾਂ ਵਿੱਚ ਹੀ ਮੈਨੂੰ ਤੇ ਅਹਿਸਾਸ ਹੋ ਗਿਆ ਵੀ ਮੇਰੀ ਜ਼ਿੰਦਗੀ ਅਧੂਰੀ ਹੈ। ਇਸ ਪੱਖ ਨੂੰ ਅੱਜ ਬਾਬਾ ਫਰੀਦ ਜੀ ਨੇ ਜਿਹੜਾ ਜ਼ਿਕਰ ਸਾਡੇ ਸਾਹਮਣੇ ਰੱਖਿਆ, ਕਿਉਂਕਿ ਸਤਿਗੁਰੂ ਜੀ ਦੀ ਜਦੋਂ ਬਾਣੀ ਪੜ੍ਹਦੇ ਆ ਨਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ, ਜਿਹਨੂੰ ਆਪਾਂ ਸ਼ਲੋਕ ਸਹਿਸਕ੍ਰਿਤੀ ਵਿੱਚ ਵਿਚਾਰ ਕੇ ਆਏ ਸਾਂ, ਮਰਣੰ ਬਿਸਰਣੰ ਗੋਬਿੰਦਾ। ਰੱਬ ਨੂੰ ਭੁੱਲ ਜਾਣਾ ਮਤਲਬ ਆਪਣੀ ਮੌਤ ਜਿਹੜੀ ਉਹ ਹੋ ਜਾਣੀ, ਆਤਮਿਕ ਮੌਤੇ ਮਰ ਜਾਣਾ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਇਸ ਗੱਲ ਦਾ ਪ੍ਰਤੀਕ ਹੈ ਵੀ ਅੱਜ ਮੈਨੂੰ ਰੱਬ ਚੇਤੇ ਨਹੀਂ ਆਇਆ, ਮੈਂ ਅੱਜ ਭੁੱਲ ਗਈ, ਅੱਜ ਅਕਾਲ ਪੁਰਖ ਮੈਂ ਚੇਤੇ ਨਹੀਂ ਕੀਤਾ। ਤੇ ਜਦੋਂ ਚੇਤੇ ਨਹੀਂ ਕੀਤਾ ਤੇ ਹੁਣ ਹਾਲਾਤ ਕੀ ਬਣ ਗਏ, ਦੁੱਖ ਤਦੇ ਜਾਂ ਵਿਸਰੈ। ਹੁਣ ਤਕਲੀਫ ਹੀ ਹੈ ਨਾ, ਹੁਣ ਸੁੱਖ ਤੇ ਆਉਣਾ ਨਹੀਂ। ਸੁੱਖ ਤੇ ਉਸ ਵਕਤ ਹੀ ਹੈ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ
ਲੈ। ਸੱਜਣਾ, ਜੇ ਤੂੰ ਸਦੀਵ ਸੁਖ ਚਾਹੁੰਦਾ ਤੇ ਰੱਬ ਦੀ ਸ਼ਰਨ ਵਿੱਚ ਆ, ਰੱਬ ਦੀ ਸ਼ਰਨ ਲੈ। ਤੇ ਬਾਬਾ ਫਰੀਦ ਜੀ ਕਹਿ ਰਹੇ, ਅੱਜ ਮੈਨੂੰ ਰੱਬ ਦੀ ਸ਼ਰਨ ਵਿਸਰ ਗਈ, ਅੱਜ ਮੈਂ ਭੁੱਲ ਗਿਆ। ਹੁਣ ਜਿਹੜਾ ਭੁੱਲ ਗਿਆ ਸੁਭਾਵਿਕ ਜਿਹੀ ਬਾਤ ਹੈ, ਉਹ ਦੁੱਖਾਂ ਨੂੰ ਆਵਾਜ਼ ਹੀ ਮਾਰੇਗਾ ਨਾ। ਜਿਹੜਾ ਜੀਵ ਆਪਣੇ ਹਿਰਦੇ ਦੇ ਵਿੱਚੋਂ, ਜਾਂ ਜੀਵ ਇਸਤਰੀ ਆਪਣੇ ਹਿਰਦੇ ਦੇ ਵਿੱਚੋਂ, ਆਪਣੇ ਮਨ ਦੇ ਵਿੱਚੋਂ ਆਪਣੇ ਪਤੀ ਦੇ ਚਿੰਤਨ ਨੂੰ ਵਿਸਾਰ ਦੇ, ਆਪਣੇ ਪਤੀ ਦੇ ਯਾਦ ਨੂੰ ਭੁਲਾ ਦੇ, ਉਹਦਾ ਹਾਲਾਤ ਕੀ ਹੋਣਗੇ? ਦੁੱਖ। ਸਤਿਗੁਰੂ ਜੀ ਨੇ ਫਿਰ ਬੜਾ ਪਿਆਰਾ ਜ਼ਿਕਰ ਕੀਤਾ ਬਾਣੀ ਦੇ ਅੰਦਰ। ਕਹਿੰਦੇ ਜੇ ਕਿਤੇ ਰਤਾ ਮਾਤਰ ਸਮੇਂ ਦੇ ਵਾਸਤੇ ਵੀ ਮੈਨੂੰ ਉਹ ਭੁੱਲ ਜਾਂਦਾ ਹੈ, ਉਹ ਅਕਾਲ ਪੁਰਖ ਮੇਰੀ ਯਾਦ ਵਿੱਚੋਂ ਵਿਸਰ ਜਾਏ, ਮੈਂ ਉਹਨੂੰ ਚੇਤੇ ਨਾ ਕਰਾਂ, ਤੇ ਮੈਨੂੰ ਇੰਜ ਲੱਗਦਾ ਵੀ ਪਤਾ ਹੀ ਨਹੀਂ ਕਿੰਨੇ ਕੁ ਸਾਲ ਲੰਘ ਗਏ, ਕਿੰਨੇ ਕੁ ਸਮਾਂ ਗੁਜ਼ਰ ਗਿਆ, ਕਿੰਨਾ ਕੁ ਟਾਈਮ ਜਿਹੜਾ ਉਹ ਨਿਕਲ ਗਿਆ ਉਹਦੀ ਯਾਦ ਤੋਂ ਬਿਨਾਂ। ਤੇ ਮੈਨੂੰ ਇੱਕ ਇੱਕ ਪਲ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ 50,000 50-100 ਸਾਲ ਤੋਂ ਉਹਦੀ ਯਾਦ ਭੁਲਾ ਕੇ ਬੈਠੀ ਆ। ਬਾਤ ਕੀ ਹੈ? ਸਿਰਫ ਉਹਦੇ ਚਿੰਤਨ ਨੂੰ ਭੁੱਲ ਜਾਣਾ। ਤੇ ਜਦੋਂ ਚਿੰਤਨ ਭੁੱਲ ਗਿਆ, ਜਿਨ੍ਹਾਂ ਦਾ ਮੈਂ ਇਸੇ ਕਰਕੇ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ, ਜਿਹੜੀਆਂ ਜੀਵ ਇਸਤਰੀਆਂ ਦਾ ਬੇਇੰਤਹਾ ਪਿਆਰ ਹੈ ਆਪਣੇ ਪਰਮੇਸ਼ਵਰ ਪਤੀ ਦੇ ਨਾਲ, ਆ ਉਹਨਾਂ ਦੇ ਹਾਲਾਤ ਨੇ। ਕਿਉਂਕਿ ਜਿਹੜੀਆਂ ਦੁਹਾਗਣਾਂ ਨੇ ਉਹ ਤੇ ਆਪਣਾ ਜੀਵਨ ਲੰਘਾ ਰਹੀਆਂ, ਉਹਨਾਂ ਨੂੰ ਤੇ ਇਹ ਲੱਗ ਰਿਹਾ ਵੀ ਸੰਸਾਰਿਕ ਪਦਾਰਥ ਸਾਡੇ ਸਾਰੇ ਸੁੱਖ ਨੇ। ਉਹਨਾਂ ਨੂੰ ਤੇ ਇਹ ਲੱਗ ਰਿਹਾ ਵੀ ਸੰਸਾਰਿਕ ਵਸਤੂਆਂ ਹੀ ਸਾਡਾ ਸਦੀਵ ਸੁੱਖ ਨੇ, ਸਾਡੇ ਸੰਸਾਰਿਕ ਵਸਤੂਆਂ ਹੀ ਹਰ ਇੱਕ ਸੁੱਖ ਦੇਣ ਵਾਲੀਆਂ। ਜੇ ਆਪਾਂ ਸੰਸਾਰਿਕ ਤੌਰ ਤੇ ਵੀ ਵੇਖਾਂਗੇ ਨਾ, ਤੇ ਇੱਕ ਪਤਨੀ ਹਰ ਵਕਤ ਆਪਣੇ ਪਤੀ ਦਾ ਸਾਥ ਚਾਹੁੰਦੀ ਹੈ। ਉਹਨੂੰ ਇਹ ਥੋੜੀ ਕਹਿੰਦੀ ਵੀ ਜਿੱਥੋਂ ਮਰਜ਼ੀ ਧਨ ਲਿਆ, ਜਿੱਥੋਂ ਮਰਜ਼ੀ ਪਦਾਰਥ ਲਿਆ, ਜਿੱਥੋਂ ਮਰਜ਼ੀ ਦੌਲਤ ਲਿਆ, ਤੇਰੇ ਨਾਲ ਮੇਰਾ ਕੋਈ ਮਤਲਬ ਨਹੀਂ, ਮੈਨੂੰ ਤੇ ਧਨ ਦਾ ਕੀ ਮਤਲਬ ਹੈ। ਤੇ ਜਿਹੜੀ ਇਹਦੀ, ਜਿਸ ਇਸਤਰੀ ਦੀ ਸੋਚ ਇਦਾਂ ਦੀ ਹੋ ਜਾਏ, ਉਹਨੂੰ ਆਪਾਂ ਫਿਰ ਕਿਸ ਪ੍ਰਕਾਰ ਨਾਲ ਕਹਿ ਸਕਦੇ ਹਾਂ ਵੀ ਇਹ ਆਪਣੇ ਪਤੀ ਨਾਲ ਬੇਇੰਤਹਾ ਪਿਆਰ ਕਰਦੀ? ਉਹ ਤੇ ਕੇਵਲ ਵਸਤੂਆਂ ਨਾਲ ਪਿਆਰ ਕਰ ਰਹੀ ਨਾ, ਤੇ ਕੇਵਲ ਪਦਾਰਥਾਂ ਨਾਲ ਪ੍ਰੇਮ ਕਰ ਰਹੀ, ਉਹਨੂੰ ਪਤੀ ਨਾਲ ਤੇ ਪਿਆਰ ਹੀ ਕੋਈ ਨਹੀਂ। ਹੁਣ ਜਿਹੜੀ ਆਪਾਂ ਸੰਸਾਰਕ ਤੌਰ ਤੇ ਸਾਰੇ ਗ੍ਰਸਥ ਜੀਵਨਾਂ ਵਾਲੇ ਆ, ਤੇ ਜੇ ਗ੍ਰਸਥ ਜੀਵਨ ਵਿੱਚ ਵੇਖਾਂਗੇ ਨਾ, ਤੇ ਆਪਾਂ ਕੱਲੀ ਪਤਨੀ ਨਹੀਂ, ਪਤੀ ਦੀ ਬਾਤ ਵੀ ਨਾਲ ਹੀ ਹੈ। ਪਤੀ ਵੀ ਇਹੀ ਚਾਹੁੰਦਾ ਨਾ ਵੀ ਮੈਨੂੰ ਤੇਰਾ ਸਾਥ ਜਿਹੜਾ ਉਹ ਸਦੀਵ ਲਈ ਚਾਹੀਦਾ ਹੈ, ਬਾਕੀ ਵਸਤੂਆਂ ਪਦਾਰਥਾਂ ਦੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ। ਜੇ ਤੂੰ ਮੇਰੇ ਸਾਥ ਹੈ, ਹਰ ਸਮਾਂ ਮੇਰੇ ਲਈ ਖੁਸ਼ਹਾਲੀ ਭਰਿਆ, ਸੁੱਖ ਭਰਿਆ, ਚਾਹੇ ਤਕਲੀਫ ਆਵੇ, ਦੁੱਖ ਆਵੇ, ਤੂੰ ਮੇਰਾ ਸਾਥੀ ਬਣ ਕੇ ਖੜੋਤਾ ਹੈ, ਤੇ ਮੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ। ਤੇ ਇਹ ਕੀ ਹੋਵੇ ਵੀ ਵਸਤੂਆਂ ਲਿਆ ਤੂੰ ਮੇਰੇ ਅੱਗੇ ਰੱਖੀ ਜਾਏ। ਚਾਹੇ ਪਤਨੀ ਦੀ ਗੱਲ ਕਰ ਲਓ ਤੇ ਚਾਹੇ ਪਤੀ ਦੀ ਗੱਲ ਕਰ ਲਓ, ਵੀ ਪਤਨੀ 36 ਪ੍ਰਕਾਰ ਦੇ ਭੋਜਨ ਬਣਾ ਕੇ ਪਤੀ ਦੇ ਅੱਗੇ ਰੱਖੀ ਜਾਏ, ਤੇ ਪਤੀ ਕਵੇ ਵੀ ਝੱਟ ਘੜੀ ਮੇਰੇ ਕੋਲ ਬਹਿ, ਆਪਾਂ ਬੈਠ ਕੇ ਕੋਈ ਦੋ ਵਿਚਾਰਾਂ ਹੀ ਕਰ ਲਈਏ, ਤੇ ਉਹ ਆਖੇ ਵੀ ਮੇਰੇ ਕੋਲ ਟਾਈਮ ਹੀ ਕੋਈ ਨਹੀਂ, ਤੇ ਪਤੀ 36 ਪ੍ਰਕਾਰ ਦੇ ਭੋਜਨ ਕੀ ਕਰੇਗਾ? ਤੇ ਜੇ ਪਤਨੀ ਨੂੰ ਲਿਆ ਕੇ ਪਤੀ ਵਸਤੂਆਂ ਦੇ ਹੀ ਜਾਏ, ਉਹਨੂੰ ਕਵੇ ਵੀ ਲੈ ਆ ਵੀ ਖਰੀਦ ਲਿਆ ਕੇ, ਤੈਨੂੰ ਆ ਵੀ ਖਰੀਦ ਲਿਆਉਣਾ, ਤੈਨੂੰ ਆ ਵਸਤੂ ਵੀ ਖਰੀਦ ਕੇ ਲਿਆ ਕੇ ਦੇ ਦੇਣਾ, ਉਹ ਸਾਰੀਆਂ ਦੁਨੀਆ ਦੀਆਂ ਵਸਤੂਆਂ ਲਿਆ ਕੇ ਉਹਦੇ ਅੱਗੇ ਢੇਰ ਲਾ ਕੇ ਰੱਖ ਦੇ, ਤੇ ਪਤਨੀ ਕਹੇ ਵੀ ਮੈਨੂੰ 10 ਮਿੰਟ ਤੁਹਾਡੇ ਚਾਹੀਦੇ ਨੇ, 5 ਮਿੰਟ ਤੁਹਾਡਾ ਸਮਾਂ ਚਾਹੀਦਾ, ਤੇ ਉਦੋਂ ਹੱਥ ਖੜੇ ਕਰ ਦੇ, ਤੇ ਉਹਨੇ ਵਸਤੂਆਂ ਕੀ ਕਰਨੀਆਂ? ਵਸਤੂਆਂ ਤੇ ਇੱਕ ਪਾਸੇ ਨੇ ਨਾ, ਪਦਾਰਥ ਇੱਕ ਪਾਸੇ ਨੇ। ਜਦੋਂ ਤੱਕ ਪ੍ਰੇਮ ਹੀ ਨਹੀਂ ਹੈ, ਪਿਆਰ ਹੀ ਨਹੀਂ ਹੈ, ਜੇ ਸਾਡੇ ਕੋਲ ਇੱਕ ਦੂਜੇ ਦੇ ਪਾਸ ਬੈਠਣ ਦਾ ਸਮਾਂ ਹੀ ਨਹੀਂ ਹੈ, ਵਸਤੂਆਂ ਨਾਲ ਕੀ ਮਤਲਬ ਹੈ ਸਾਨੂੰ? ਵਸਤੂਆਂ ਕੋਈ ਬਹੁਤੀ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ। ਬਾਤ ਹੁੰਦੀ ਕੇਵਲ ਆਪਸੀ ਪ੍ਰੇਮ ਦੀ, ਆਪਸੀ ਪਿਆਰ ਦੀ, ਤੇ ਆਪਸ ਵਿੱਚ ਜੋ ਸਾਡੀ ਸੋਚ ਹੈ ਉਹਦੇ ਮਿਲ ਵਰਤਣ ਦੀ। ਤੇ ਜੇ ਸਾਡੀ ਸੋਚ ਹੀ ਇੱਕ ਨਹੀਂ ਹੈ, ਮਿਲ ਵਰਤਨ ਹੀ ਸਾਡਾ ਚੰਗਾ ਨਹੀਂ ਹੈ, ਉੱਥੇ ਪਦਾਰਥ ਕੀ ਕਰਨਗੇ? ਵਸਤੂਆਂ ਕੀ ਕਰਨਗੀਆਂ? ਜੇ ਅੱਜ ਆਪਾਂ ਸਮਾਜ ਦੇ ਅੰਦਰ ਜਿੱਦਾਂ ਦੇ ਵੀ ਹਾਲਾਤ ਵੇਖਦੇ ਆ, ਜਿੱਥੇ ਸਮਾਜ ਵਿੱਚ ਆਪਾਂ ਗ੍ਰਸਥ ਜੀਵਨ ਵਾਲੇ ਵੇਖਦੇ ਆ ਨਾ, ਉੱਥੇ ਨਾਲ ਖਿਆਲ ਕਰਿਓ ਸਮਾਜ ਦੇ ਅੰਦਰ ਉਹ ਵੀ ਪਰਿਵਾਰ ਨੇ ਜਿਨ੍ਹਾਂ ਦੇ ਆਪਸ ਵਿੱਚ ਮਿਲਵਰਤਨ ਹੀ ਚੰਗਾ ਨਹੀਂ, ਤੇ ਬਹੁਤੇ ਜ਼ਿਆਦਾ ਪਰਿਵਾਰਕ ਰਿਸ਼ਤੇ ਨਹੀਂ ਨਿਭਦੇ। ਕਾਰਨ ਕੀ ਹੈ? ਉਹਨਾਂ ਨੇ ਵਸਤੂਆਂ ਤੇ ਦਿੱਤੀਆਂ, ਪਦਾਰਥ ਤੇ ਦਿੱਤੇ, ਪਰ ਜਿਹੜੀ ਸਭ ਤੋਂ ਕੀਮਤੀ ਵਸਤੂ ਸੀ ਨਾ, ਕੀਮਤੀ ਚੀਜ਼ ਸਮਾਂ, ਉਹ ਨਹੀਂ ਦਿੱਤਾ। ਤੇ ਜਦੋਂ ਸਮਾਂ ਹੀ ਨਾ ਦਿੱਤਾ ਹੋਵੇ, ਪਦਾਰਥਾਂ ਨੂੰ ਕੀ ਕਰਨਾ? ਚਾਹੇ ਉਹ ਔਰਤ ਹੈ ਤੇ ਚਾਹੇ ਉਹ ਮਰਦ ਹੈ।
ਤੇ ਭਗਤ ਫਰੀਦ ਸਾਹਿਬ ਕਹਿੰਦੇ ਵੀ ਅੱਜ ਜਿਹਦਾ ਬੇਇੰਤਹਾ ਪ੍ਰੇਮ ਹੈ ਨਾ ਆਪਣੀ ਕੰਤ ਆਪਣੇ ਪਤੀ ਭਾਵ ਪਰਮੇਸ਼ਵਰ ਦੇ ਨਾਲ, ਉਹਨੂੰ ਇੱਕ ਦੋ ਪਲ ਲਈ ਆ ਸੰਸਾਰਕ ਵਸਤੂਆਂ ਵੇਖ ਕੇ ਉਹ ਭੁੱਲ ਗਈ। ਜਦੋਂ ਭੁੱਲੀ 2-4 ਮਿੰਟ, ਕਿਉਂਕਿ ਸੰਸਾਰਕ ਵਸਤੂਆਂ ਐਸੀਆਂ ਨੇ ਵੀ ਇਹ ਕਿਤੇ ਨਾ ਕਿਤੇ ਜਦੋਂ ਹਾਸਲ ਹੁੰਦੀਆਂ ਨਾ ਰੱਬੀ ਯਾਦ ਚਿੰਤਨ ਭੁੱਲ ਹੀ ਜਾਂਦਾ ਹੈ ਕਿਸੇ ਨਾ ਕਿਸੇ ਰੂਪ 'ਚ। ਉਹਨੇ ਜਦੋਂ ਪਦਾਰਥ ਸਾਨੂੰ ਦੇਣੇ ਨੇ ਨਾ, ਚਾਹੇ ਉਹ ਔਲਾਦ ਦੇ ਰੂਪ 'ਚ ਕਹਿ ਲਓ, ਚਾਹੇ ਉਹ ਧਨ ਦੇ ਰੂਪ 'ਚ ਕਹਿ ਲਓ, ਚਾਹੇ ਉਹ ਸਾਡੇ ਮਨ ਦੀ ਇੱਛਾ ਦੇ ਰੂਪ 'ਚ ਕਹਿ ਲਓ, ਕੋਈ ਪਦਾਰਥ ਐਸਾ ਮਿਲੇਗਾ ਜਿੰਨੇ ਕਿਤੇ ਨਾ ਕਿਤੇ ਜਾ ਕੇ ਸਾਨੂੰ ਰੱਬੀ ਯਾਦ ਭੁਲਾ ਹੀ ਦੇਣੀ ਹੈ। ਜਦੋਂ ਰੱਬੀ ਯਾਦ ਭੁੱਲ ਗਈ ਇਹਦਾ ਮਤਲਬ ਅਸੀਂ ਸੰਸਾਰਕ ਪਦਾਰਥਾਂ ਦੇ ਮੋਹ 'ਚ ਫਸ ਗਏ। ਤੇ ਜਦੋਂ ਸੰਸਾਰਕ ਪਦਾਰਥਾਂ ਦੇ ਮੋਹ 'ਚ ਫਸੇ, ਜਦੋਂ ਉਧਰਲੇ ਪਾਸਿਓਂ ਫਿਰ ਤਕਲੀਫ ਆਉਂਦੀ ਹੈ, ਦੁੱਖ ਮਿਲਦਾ ਹੈ, ਫਿਰ ਚੇਤੇ ਆਉਂਦਾ ਵੀ ਨਹੀਂ ਹੁਣ ਤੇ ਰੱਬ ਹੀ ਚੇਤੇ ਕਰਨਾ ਪੈਣਾ, ਫਿਰ ਉਹੀ ਪਰਮੇਸ਼ਵਰ ਦੀ ਯਾਦ ਆਉਂਦੀ। ਇਹਦਾ ਮਤਲਬ ਇਹੀ ਹੈ ਨਾ ਵੀ ਜੇ ਇੱਕ ਇਸਤਰੀ ਪਦਾਰਥ ਲੈ ਕੇ ਇੱਕ ਵਾਰੀ ਉਹਦੇ ਤੇ ਮੋਹਿਤ ਹੋ ਵੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਪਦਾਰਥਾਂ ਤੋਂ ਬਾਅਦ ਵਿੱਚ ਫਿਰ ਉਹਨੂੰ ਆਪਣੇ ਪਤੀ ਦੇ ਪਾਸ, ਆਪਣੇ ਪਤੀ ਦੀ ਚਿੰਤਨ, ਆਪਣੇ ਪਤੀ ਦਾ ਯਾਦ ਜਿਹੜੀ ਹੈ ਉਹਨੂੰ ਆਪਣੇ ਹਿਰਦੇ 'ਚ ਲੈ ਕੇ ਹੀ ਆਉਣਾ ਪੈਣਾ। ਪਦਾਰਥ ਕੋਈ ਬਹੁਤਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਵੇਂ ਪਤੀ ਨੇ ਸਾਰੀ ਸਦੀਵ, ਆਪਾਂ ਤੇ ਉਹਨੂੰ ਅੰਗਰੇਜ਼ੀ ਦੇ ਵਿੱਚ ਇਹ ਕਹਿ ਦਿੰਦੇ ਨਾ ਵੀ ਇਹ ਸਾਡਾ ਲਾਈਫ ਪਾਰਟਨਰ ਹੈ, ਸਾਡਾ ਜ਼ਿੰਦਗੀ ਦਾ ਹਮਸਫਰ ਹੈ, ਇਹਨੇ ਸਾਰੀ ਜ਼ਿੰਦਗੀ ਸਾਡੇ ਨਾਲ ਤੁਰਨਾ। ਹੁਣ ਕਿਹੜਾ ਪਦਾਰਥ ਲੈ ਕੇ ਅਸੀਂ ਸਾਰੀ ਜ਼ਿੰਦਗੀ ਤੁਰੇ ਫਿਰਾਂਗੇ? ਹੈ ਕੋਈ ਵਸਤੂ ਜਿਹਨੂੰ ਆਪਾਂ ਆਪਣਾ ਲਾਈਫ ਪਾਰਟਨਰ ਕਹਿ ਸਕਦੇ ਹਾਂ ਵੀ ਆਹ ਪਦਾਰਥ ਮੇਰਾ ਲਾਈਫ ਪਾਰਟਨਰ ਹੈ? ਕਿਸੇ ਨੂੰ ਨਹੀਂ। ਪਦਾਰਥ ਦਾ ਕੀ ਹੈ, ਅੱਜ ਹੈ ਕੱਲ ਨੂੰ ਨਹੀਂ ਹੋਏਗਾ। ਪਰ ਜੋ ਰਿਸ਼ਤਾ ਪਤੀ ਜਾਂ ਪਤਨੀ ਦਾ ਆਪਸ ਵਿੱਚ ਹੈ, ਜੇ ਉਹਨਾਂ 'ਚ ਬੇਇੰਤਹਾ ਪਿਆਰ ਹੈ, ਪ੍ਰੇਮ ਹੈ, ਸੋਚ ਇੱਕ ਹੈ, ਫਿਰ ਅਸੀਂ ਕਹਿ ਸਕਦੇ ਹਾਂ ਵੀ ਆਹ ਜ਼ਿੰਦਗੀ ਦੇ ਹਮਸਫਰ ਨੇ ਭਾਈ। ਇਹ ਹਰ ਜਗ੍ਹਾ ਤੇ ਇੱਕ ਦੂਜੇ ਦੇ ਸਾਥ ਨੇ, ਚਾਹੇ ਸਮਾਂ ਚੰਗਾ ਤੇ ਚਾਹੇ ਸਮਾਂ ਮਾੜਾ, ਚਾਹੇ ਸਮਾਂ ਸੁੱਖ ਵਾਲਾ ਤੇ ਚਾਹੇ ਸਮਾਂ ਤਕਲੀਫ ਵਾਲਾ, ਇਹ ਦੋਵੇਂ ਇੱਕ ਦੂਜੇ ਦੇ ਹਮਸਫਰ ਨੇ, ਦੋਵੇਂ ਇੱਕ ਦੂਜੇ ਦੇ ਸਾਥੀ ਬਣ ਕੇ। ਤੇ ਪਦਾਰਥ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਮਾਂ ਚੰਗਾ ਹੈ। ਸਮਾਂ ਚੰਗਾ ਹੋਏਗਾ ਪਦਾਰਥ ਅਸੀਂ ਖਰੀਦ ਸਕਦੇ ਹਾਂ, ਸਮਾਂ ਮਾੜਾ ਆ ਗਿਆ ਪਦਾਰਥ ਵੇਚਣੇ ਪੈ ਜਾਣੇ ਨੇ। ਕਿੱਧਰ ਗਿਆ ਹਮਸਫਰ? ਜੇ ਪਦਾਰਥ ਦੇ ਰੂਪ 'ਚ ਅਸੀਂ ਹਮਸਫਰ ਵੇਖ ਰਹੇ ਹਾਂ ਨਾ, ਤੇ ਪਦਾਰਥ ਦੇ ਰੂਪ 'ਚ ਹਮਸਫਰ ਨੂੰ ਵੇਖਣਾ ਸਾਡੀ ਬੜੀ ਵੱਡੀ ਇੱਕ ਕਹਿ ਲਈਏ ਵੀ ਨਾ ਸਮਝੀ ਹੈ ਵੀ ਅਸੀਂ ਪਦਾਰਥ ਦੇ ਰੂਪ 'ਚ ਇੱਕ ਵਸਤੂ ਨੂੰ, ਇੱਕ ਕਿਸੇ ਵੀ ਥਿੰਗ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਮਸਫਰ ਮੰਨ ਰਹੇ ਹਾਂ ਜੀ, ਇਹ ਸਾਰੀ ਜ਼ਿੰਦਗੀ ਮੇਰੇ ਨਾਲ ਰਹਿਣਾ। ਨਹੀਂ। ਤੇ ਮਾਲਕ ਭਗਤ ਫਰੀਦ ਸਾਹਿਬ ਅੱਜ ਕਹਿ ਰਹੇ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਜੇ ਮੈਨੂੰ ਅੱਜ ਕਹਿੰਦੇ ਰੱਬ ਦੀ ਯਾਦ ਭੁੱਲ ਗਈ ਨਾ, ਅੱਜ ਰਤਾ ਮਾਤਰ ਸਮੇਂ ਲਈ ਮੈਂ ਭੁੱਲਿਆ, ਤੇ ਮੇਰੇ ਆਹ ਹਾਲਾਤ ਬਣ ਕੇ ਦੁੱਖ ਹੀ ਦੁੱਖ ਜ਼ਿੰਦਗੀ ਵਿੱਚ, ਤਕਲੀਫ ਹੀ ਤਕਲੀਫ ਜ਼ਿੰਦਗੀ 'ਚ, ਇੱਕ ਦੋ ਪਲ ਵੀ ਮੇਰਾ ਸਮਾਂ ਨਹੀਂ ਲੰਘਿਆ, ਕਿਉਂਕਿ ਆ 2 ਪਲ ਮੈਂ ਆਪਣੇ ਪਰਮੇਸ਼ਵਰ ਨੂੰ ਚੇਤੇ ਨਹੀਂ ਕੀਤਾ, ਆਪਣੇ ਪਤੀ ਨੂੰ ਮੈਂ ਚੇਤੇ ਨਹੀਂ ਕੀਤਾ। ਤੇ ਬਾਬਾ ਜੀ ਦੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਸੀ ਨਾ, ਆਪਾਂ ਅਕਸਰ ਇਹਨਾਂ ਬਚਨਾਂ ਨੂੰ ਪੜ੍ਹਦੇ ਹਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੇ। ਆਹ ਹਾਲਾਤ ਕੀ ਨੇ? ਜਦੋਂ ਹਿਰਦੇ ਵਿੱਚੋਂ ਰੱਬੀ ਯਾਦ ਵਿਸਰ ਜਾਏਗੀ, ਜਦੋਂ ਉਹ ਪ੍ਰੇਮ ਫਿਰ ਖਿੱਚ ਪਾਏਗਾ ਨਾ, ਉਹ ਜਿਹਦੇ ਅੰਦਰ ਬੇਇੰਤਹਾ ਪ੍ਰੇਮ ਹੈ ਉਹ ਇਹ ਹੀ ਕਹੇਗਾ ਵੀ ਰੱਬਾ ਜੇ ਤੂੰ ਇੱਕ ਘੜੀ ਨਹੀਂ ਨਾ ਮਿਲਦਾ ਤੇ ਮੇਰੀ ਹਾਲਤ ਆ ਇਦਾਂ ਦੀ ਬਣ ਜਾਂਦੀ। ਅੰਗ ਮੁੜੇ ਮੁੜ ਜਾਏ, ਤਕਲੀਫ ਹੀ ਤਕਲੀਫ ਹੈ। ਆਪਾਂ ਸਤਿਗੁਰੂ ਦੀ ਬਾਣੀ ਕਈ ਬਾਣੀ ਦੇ ਅੰਦਰ ਇੱਕ ਵਾਰੀ ਨਹੀਂ ਮਾਲਕ ਨੇ ਕਈ ਵਾਰ ਜ਼ਿਕਰ ਕੀਤਾ, ਕਹਿੰਦੇ ਜਿਸਨੋਂ ਵਿਸਰੈ ਪ੍ਰਾਣਪਤ ਦਾਤਾ ਸੋਈ ਗਣੋ ਅਭਾਗਾ। ਉਹਦੇ ਨਾਲੋਂ ਬਦਕਿਸਮਤ ਕੋਈ ਨਹੀਂ ਜਿਹਨੂੰ ਪ੍ਰਾਣਪਤ ਦਾਤਾ ਹੀ ਭੁੱਲ ਜਾਏ, ਜਿਹਨੂੰ ਉਹ ਅਕਾਲ ਪੁਰਖ ਜਿਹੜਾ ਦੇਣ ਵਾਲਾ ਸਭ ਕੁਝ, ਉਹਦੇ ਵਰਗਾ ਤੇ ਹੈ ਹੀ ਕੋਈ ਨਹੀਂ ਜਿਹੜਾ ਸਾਨੂੰ ਦਾਤਾਂ ਦੇ ਰਿਹਾ, ਹਰ ਸਾਡੀ ਭਾਵਨਾ, ਹਰ ਸਾਡੀ ਇੱਛਾ ਨੂੰ ਪੂਰੀਆਂ ਕਰ ਰਿਹਾ। ਤੇ ਜੇ ਅਸੀਂ ਉਹਨੂੰ ਹੀ ਵਿਸਾਰ ਦਈਏ ਫਿਰ ਸਾਡੇ ਨਾਲੋਂ ਅਭਾਗਾ ਕਿਹੜਾ ਹੈ? ਬਦਕਿਸਮਤ ਕੌਣ ਹੈ ਸਾਡੇ ਨਾਲੋਂ? ਜੇ ਆਪਾਂ ਪਰਿਵਾਰਕ ਤੌਰ ਤੇ ਵੀ ਗੱਲ ਕਰ ਲਈਏ, ਪਰਿਵਾਰਕ ਤੌਰ ਦੇ ਉੱਤੇ ਇੱਕ ਮਨੁੱਖ ਇਦਾਂ ਦਾ, ਇੱਕ ਪਰਸਨ ਇਦਾਂ ਦਾ ਜਿਹੜਾ ਸਾਡੀ ਹਰ ਲੋੜ ਪੂਰੀ ਕਰ ਰਿਹਾ, ਹਰ ਸਾਡੇ ਸਮੇਂ ਦੇ ਵਿੱਚ, ਦੁੱਖ ਸੁੱਖ ਦੇ ਵਿੱਚ, ਤਕਲੀਫ ਵਿੱਚ ਸਾਡੇ ਨਾਲ ਖੜਾ। ਤੇ ਸਾਡੇ ਕੋਲ ਸਮਾਂ ਇਦਾਂ ਦਾ ਬਣ ਜਾਏ, ਅਸੀਂ ਸਾਰਿਆਂ ਨੂੰ ਇਨਵੀਟੇਸ਼ਨ ਦੇ ਲਿਆ, ਸਾਰਿਆਂ ਨੂੰ ਸੱਦ ਲਿਆ, ਉਹਨੂੰ ਸੱਦੀਏ ਹੀ ਨਾ, ਤੇ ਕਿੱਦਾਂ ਦੇ ਹਾਲਾਤ ਹੋਣਗੇ? ਇੱਕ ਬੰਦਾ, ਇੱਕ ਪਰਸਨ ਹਰ ਜਗ੍ਹਾ ਤੇ ਸਾਡੇ ਨਾਲ ਖੜਾ, ਦੁੱਖ ਦਾ ਸਮਾਂ ਆਇਆ ਉਹ ਫਿਰ ਵੀ ਖੜ ਗਿਆ,
ਅਸੀਂ ਉਹਨੂੰ ਕਿਹਾ ਸਾਨੂੰ ਤੇਰੀ ਜ਼ਰੂਰਤ ਹੈ, ਉਹ ਫਿਰ ਵੀ ਸਾਡੇ ਨਾਲ ਖੜੋ ਗਿਆ। ਉਹਨੇ ਪਾਸਾ ਨਹੀਂ ਵਟਿਆ। ਹੁਣ ਘਰ ਦੇ ਅੰਦਰ ਮਾਹੌਲ ਇਦਾਂ ਦਾ ਬਣਿਆ ਵੀ ਅਸੀਂ ਆਪਣੇ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਸਾਰਿਆਂ ਨੂੰ ਇਨਵੀਟੇਸ਼ਨ ਦੇ ਦੇ ਕੇ ਸੱਦ ਲਿਆ ਵੀ ਆ ਜਾਓ ਭਾਈ, ਸਾਡੇ ਘਰ 'ਚ ਆਹ ਸਮਾਂ ਬਣਿਆ, ਆਹ ਖੁਸ਼ੀ ਦਾ ਮਾਹੌਲ ਬਣਿਆ। ਤੇ ਜਿਹੜਾ ਬੰਦਾ ਦੁੱਖ ਤਕਲੀਫ 'ਚ ਹਰ ਵਕਤ ਸਾਡੇ ਨਾਲ ਖੜਾ, ਉਹਨੂੰ ਅਸੀਂ ਇਨਵੀਟੇਸ਼ਨ ਦਈਏ ਹੀ ਕੋਈ ਨਾ, ਤੇ ਸਾਡੇ ਲਈ ਚੰਗਾ ਹੈ? ਜੇ ਸੰਸਾਰਕ ਨਜ਼ਰੀਏ ਨਾਲ ਵੇਖਾਂਗੇ ਤੇ ਸਾਡੇ ਲਈ ਚੰਗਾ ਨਹੀਂ। ਅਸੀਂ ਬੜੀ ਵੱਡੀ ਭੁੱਲ ਕਰ ਰਹੇ ਹਾਂ, ਬੜੀ ਵੱਡੀ ਗਲਤੀ ਕਰ ਰਹੇ ਹਾਂ ਵੀ ਜਿਹੜਾ ਹਰ ਥਾਂ ਤੇ ਸਾਡਾ ਖੜੋਤਾ ਸੀ ਉਹਨੂੰ ਹੀ ਨਹੀਂ ਸੱਦਿਆ। ਤੇ ਜੇ ਰੱਬ ਹਰ ਜਗ੍ਹਾ ਤੇ ਸਾਡੀ ਸਹਾਇਤਾ ਕਰ ਰਿਹਾ, ਜਦੋਂ ਸਾਡਾ ਚੇਤੇ ਕਰਨ ਦਾ ਟਾਈਮ ਆਉਂਦਾ ਤੇ ਅਸੀਂ ਉਹਨੂੰ ਚੇਤੇ ਕਿਉਂ ਨਹੀਂ ਕਰਦੇ? ਫਿਰ ਉਹਦੀਆਂ ਦਿੱਤੀਆਂ ਵਸਤੂਆਂ ਹੀ ਸਾਰੀਆਂ ਇਕੱਠੀਆਂ ਕਰ ਕਰ ਰੱਖ ਲਈਆਂ। ਆ ਵੀ ਦਿੱਤਾ ਜੀ, ਆ ਵੀ ਮਿਲਿਆ ਜੀ, ਸਾਰਾ ਕੁਝ ਇਕੱਠਾ ਕਰਕੇ ਰੱਖ ਲਿਆ। ਰੱਬ ਨੂੰ ਚੇਤੇ ਕਰਨ ਦਾ ਵੇਲਾ ਆਇਆ ਤੇ ਉਦੋਂ ਸਤਿਗੁਰੂ ਕਹਿੰਦੇ ਨਾਮ ਕੀ ਵੇਲਾ ਪੈ ਪੈ ਸੋਆ। ਫਿਰ ਤੇ ਸੌਂ ਹੀ ਰਿਹਾ ਨਾ। ਜਦੋਂ ਰੱਬ ਨੂੰ ਚੇਤੇ ਕਰਨ ਦਾ ਟਾਈਮ ਆਇਆ, ਰੱਬ ਨੂੰ ਚੇਤੇ ਕਰਨ ਦਾ ਸਮਾਂ ਆਇਆ, ਉਦੋਂ ਰੱਬ ਨੂੰ ਚੇਤੇ ਕੋਈ ਨਹੀਂ ਕੀਤਾ, ਉਹਦੀ ਯਾਦ ਵਿੱਚ ਜੁੜਿਆ ਹੀ ਕੋਈ ਨਹੀਂ। ਸੰਸਾਰਕ ਪਦਾਰਥਾਂ ਨੂੰ ਲੈ ਲੈ ਕੇ ਉਹਨਾਂ ਦੇ ਮੋਹ ਵਿੱਚ ਹੀ ਗਰਸਿਆ ਪਿਆ, ਫਸਿਆ ਬੈਠਾ। ਤੇ ਚੇਤੇ ਰੱਖਿਓ, ਸੰਸਾਰਕ ਪਦਾਰਥਾਂ ਦੇ ਮੋਹ ਵਿੱਚ ਫਸਿਆ ਬੰਦਾ ਬਹੁਤਾ ਚਿਰ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਨਹੀਂ ਜੇ ਲੰਘਾ ਸਕਦਾ, ਚਾਹੇ ਜਿੱਡਾ ਮਰਜ਼ੀ ਵੱਡਾ ਇਨਸਾਨ ਕਿਉਂ ਨਾ ਹੋਵੇ। ਕਿਉਂਕਿ ਬਾਪੂ ਨੇ ਬਾਣੀ 'ਚ ਇਸ ਗੱਲ ਤੇ ਮੋਹਰ ਲਾਈ, ਵੱਡੇ ਵੱਡੇ ਜੋ ਦੀਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲੈ ਬੁਲਾਈ। ਅਖੀਰ ਕਿਤੇ ਨਾ ਕਿਤੇ ਜਾ ਕੇ ਇਹ ਮੰਨਣਾ ਹੀ ਪੈਣਾ, ਭਾਈ ਖੁਸ਼ ਉਹ ਹੀ ਨੇ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦੀ ਯਾਦ ਹੈ, ਪ੍ਰਸੰਨ ਉਹ ਹੀ ਨੇ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਚਿੰਤਨ ਹੈ। ਉਹ ਕਦੇ ਪ੍ਰਸੰਨ ਨਹੀਂ ਹੈ ਜਾਂ ਉਹ ਕਦੇ ਪ੍ਰਸੰਨ ਚਿੱਤ ਨਹੀਂ ਹੋ ਸਕੇ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਚਿੰਤਨ ਹੀ ਨਹੀਂ, ਪਰਮੇਸ਼ਵਰ ਦੀ ਯਾਦ ਹੀ ਨਹੀਂ ਹੈ। ਉਹ ਕਦੇ ਪ੍ਰਸੰਨ ਚਿੱਤ ਨਹੀਂ, ਜਿੰਨਾ ਮਰਜ਼ੀ ਯਤਨ ਕਰ ਲੈਣ। ਠੀਕ ਹੈ, ਇੱਕ ਵਕਤ ਵਸਤੂ ਮਿਲ ਗਈ ਬੰਦਾ ਪ੍ਰਸੰਨ ਹੋ ਗਿਆ, ਦੂਜੇ ਸਮੇਂ ਦੂਜੀ ਵਸਤੂ ਮਿਲ ਗਈ ਬੰਦਾ ਫਿਰ ਪ੍ਰਸੰਨ ਹੋ ਗਿਆ। ਪਰ ਇੱਕ ਪਰਮੇਸ਼ਵਰ ਹੀ ਹੈ ਜਿਹਨੇ ਸਦੀਵ ਪ੍ਰਸੰਨਤਾ ਦੇਣੀ ਹੈ। ਵਸਤੂਆਂ ਕੁਝ ਸਮੇਂ ਲਈ ਪ੍ਰਸੰਨਤਾ ਦਿੰਦੀਆਂ ਨੇ। ਇੱਕ ਬਾਣੀ ਦਾ ਬਚਨ ਮੈਂ ਅਕਸਰ ਆਪ ਸੰਗਤ ਦੇ ਅੱਗੇ ਰੱਖਿਆ ਕਰਦਾ। ਰੱਬ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾਂ ਸਤਿਗੁਰੂ ਸਾਨੂੰ ਬਾਣੀ 'ਚ ਇਹ ਕਹਿੰਦੇ ਵੀ ਉਹ ਅਕਾਲ ਪੁਰਖ ਸਾਡੇ ਲਈ ਨਿਤਾ ਪ੍ਰਤੀ ਨਵਾਂ ਹੀ ਹੈ। ਨਿਤਾ ਪ੍ਰਤੀ, ਜਿਹਨੂੰ ਆਪਾਂ ਪੜ੍ਹਦੇ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਨਵੀਂ ਵਸਤੂ ਰੋਜ਼ ਪ੍ਰਸੰਨਤਾ ਦਿੰਦੀ ਜੇ। ਜਿਹੜੀ ਵਸਤੂ ਪੁਰਾਣੀ ਹੋ ਰਹੀ ਹੈ ਉਹਦੀ ਪ੍ਰਸੰਨਤਾ ਘਟ ਰਹੀ ਹੈ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਅਸੀਂ ਵਸਤੂ ਨੂੰ ਜਿੰਨਾ ਮਰਜ਼ੀ ਸੰਭਾਲ ਕੇ ਰੱਖ ਲਈਏ, ਅਸੀਂ ਯੂਜ਼ ਕਰੀਏ ਭਾਵੇਂ ਨਾ ਕਰੀਏ, ਪਰ ਉਹ ਪਈ ਪਈ ਵੀ ਪੁਰਾਣੀ ਹੋ ਰਹੀ ਹੈ। ਵਸਤੂ ਪੁਰਾਣੀ, ਕਿਉਂਕਿ ਉਹਦੀ ਜਿਹੜੀ ਮੈਨੂਫੈਕਚਰਿੰਗ ਡੇਟ ਹੈ, ਜਿਹੜਾ ਬਣਨ ਦਾ ਸਮਾਂ, ਉਹਦਾ ਦਿਨ ਬਾ ਦਿਨ ਉਹ ਲੰਘ ਰਿਹਾ, ਐਕਸਪਾਇਰੀ ਡੇਟ ਵੱਲੋਂ ਵੱਧ ਰਹੀ ਹੈ। ਤੇ ਹੁਣ ਜਿਹੜੀ ਚੀਜ਼ ਐਕਸਪਾਇਰੀ ਡੇਟ ਵੱਲ ਵੱਧ ਰਹੀ ਹੈ ਉਹ ਪੁਰਾਣੀ ਹੋ ਰਹੀ ਹੈ। ਤੇ ਹੁਣ ਜਿਹੜੀ ਵਸਤੂ ਪੁਰਾਣੀ ਹੋ ਰਹੀ ਹੈ ਉਹ ਕਦੇ ਪ੍ਰਸੰਨਤਾ ਨਹੀਂ ਦੇਗੀ। ਉਹ ਉਹਨਾਂ ਚਿਰ ਹੀ ਖੁਸ਼ੀ ਹੈ ਜਿੰਨਾ ਚਿਰ ਨਵੀਂ ਹੈ। ਜਦੋਂ ਅਸੀਂ ਨਵੀਂ ਵਸਤੂ ਕੋਈ ਵੀ ਖਰੀਦਦੇ ਹਾਂ ਜਾਂ ਕੋਈ ਵੀ ਪਦਾਰਥ ਅਸੀਂ ਨਵਾਂ ਲੈ ਕੇ ਆਉਂਦੇ ਹਾਂ, ਬੜੀ ਪ੍ਰਸੰਨਤਾ, ਸਾਨੂੰ ਬੜੀ ਖੁਸ਼ੀ ਹੈ। ਪਰ ਜਦੋਂ ਉਹੀ ਵਸਤੂ ਦਿਨ ਬਾ ਦਿਨ, ਇੱਕ ਦਿਨ ਲੰਘਿਆ ਪ੍ਰਸੰਨਤਾ ਘਟ ਗਈ, 2 ਦਿਨ ਲੰਘੇ ਹੋਰ ਪ੍ਰਸੰਨਤਾ ਘਟ ਗਈ, ਸਾਲ ਲੰਘ ਗਿਆ ਪ੍ਰਸੰਨਤਾ ਖਤਮ ਹੀ ਹੋ ਜਾਂਦੀ ਹੈ ਵੀ ਆਹ ਕੀ ਹੋ ਗਿਆ, ਹੁਣ ਆਹ ਵਸਤੂ ਅਸੀਂ ਕੀ ਲੈ ਆਂਦੀ ਹੈ। ਫਿਰ ਬੰਦਾ ਜਿਹੜੀ ਬੜੀ ਰੀਝਾਂ ਤੇ ਚਾਵਾਂ ਨਾਲ ਵਸਤੂ ਲੈ ਕੇ ਆਂਦੀ ਸੀ ਨਾ, ਉਹਨੂੰ ਲੈ ਕੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਲੈ ਕੇ ਆਉਂਦਾ ਵੀ ਇਦੋਂ ਤੇ ਇਹਨੂੰ ਨਾ ਹੀ ਖਰੀਦਦਾ ਤਾਂ ਹੀ ਚੰਗਾ ਸੀ, ਨਾ ਹੀ ਲੈ ਕੇ ਆਉਂਦਾ ਕੋਈ ਹੋਰ ਕੰਪਨੀ ਲੈ ਆਉਂਦਾ ਤਾਂ ਚੰਗਾ ਸੀ। ਏਦਾਂ ਦੀ ਸੋਚ ਬੰਦੇ ਦੀ। ਤੇ ਜਿਹੜੀ ਵਸਤੂ ਨੇ ਰੋਜ਼ ਹੀ ਨਵਿਆਂ ਹੋ ਜਾਣਾ, ਉਹਨੂੰ ਲੈ ਕੇ ਕਦੇ ਬੰਦਾ ਉਦਾਸ ਨਹੀਂ ਹੋਏਗਾ, ਕਦੇ ਦੁਖੀ ਨਹੀਂ ਹੋਏਗਾ। ਉਹਨੂੰ ਪਤਾ ਹੈ ਅੱਜ ਹੈ, ਕੱਲ ਨੂੰ ਇਹਨੇ ਫੇਰ ਮੈਨੂੰ ਨਵੇਂ ਰੂਪ 'ਚ ਹੀ ਮਿਲਣਾ। ਰੱਬ ਜਿਹੜਾ ਉਹ ਨਿਤਾ ਪ੍ਰਤੀ ਸਾਨੂੰ ਨਵੇਂ ਰੂਪ 'ਚ ਹੀ ਮਿਲ ਜਾ। ਸੰਸਾਰਕ ਪਦਾਰਥ ਸਾਡੇ ਇੱਕ ਵਾਰੀ ਖਰੀਦੇ ਦਿਨ ਬਾ ਦਿਨ ਪੁਰਾਣੇ ਹੁੰਦੇ ਜਾਂਦੇ ਨੇ, ਜਿਸ ਕਰਕੇ ਸੰਸਾਰਕ ਵਸਤੂਆਂ ਸਾਨੂੰ ਬਹੁਤੀ ਪ੍ਰਸੰਨਤਾ ਨਹੀਂ ਦੇ ਸਕਦੀਆਂ। ਇੱਕ ਅਕਾਲ ਪੁਰਖ ਹੀ ਹੈ ਜਿਹੜਾ ਨਿਤਾ ਪ੍ਰਤੀ ਸਾਨੂੰ ਪ੍ਰਸੰਨਤਾ ਦੇਣ ਵਾਲਾ, ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹ ਜੀਵਨ ਖੁਸ਼ਹਾਲੀ ਭਰਿਆ, ਪ੍ਰਸੰਨਤਾ ਭਰਿਆ ਜੀਵਨ ਉਹਦਾ ਬਣ ਜਾਂਦਾ ਹੈ। ਜਿਹੜਾ ਰੱਬ ਅਕਾਲ ਪੁਰਖ ਨਾਲ ਜੁੜ ਜਾਂਦਾ, ਇਸੇ ਕਰਕੇ ਮਾਲਕ ਨੇ ਆਖਿਆ ਸੀ, ਸੱਜਣਾ ਖਿਆਲ ਰੱਖੀ ਪਰਮੇਸ਼ਵਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਤੂੰ ਇਹ ਖਿਆਲ ਆਪਣੇ ਹਿਰਦੇ 'ਚ ਪੱਕਾ ਕਰਕੇ ਰੱਖ ਲਾ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ।
ਫਿਰ ਨਾਲ ਦੂਜਾ ਪੱਖ ਰੱਖਿਆ। ਕਹਿੰਦੇ ਹੈਰਾਨਗੀ ਤੇ ਇਸ ਗੱਲ ਦੀ ਹੈ ਵੀ ਮੈਂ ਉਹਨੂੰ ਰੋਜ਼ ਚੇਤੇ ਕਰਦੀ ਹਾਂ, ਰੱਬ ਨੂੰ ਰੋਜ਼ ਚੇਤੇ ਕਰਦੀ ਹਾਂ, ਰੋਜ਼ ਉਹਦੀ ਯਾਦ ਵਿੱਚ ਜੁੜਦੀ ਵੀ ਹਾਂ। ਅੱਜ ਸੰਸਾਰਿਕ ਪਦਾਰਥ ਦੇ ਮੋਹ 'ਚ ਫਸੀ 5-7 ਮਿੰਟ 10 ਮਿੰਟ ਲਈ ਉਹਨੂੰ ਭੁੱਲ ਗਈ, ਤੇ 10 ਮਿੰਟ ਵੀ ਮੈਨੂੰ ਇਦਾਂ ਲੱਗਦੇ ਜਿਵੇਂ ਜਾਣੋ ਬਰਸ 50 ਜਿਵੇਂ 50 ਸਾਲ ਲੰਘੇ ਹੋਣ। 10 ਮਿੰਟ ਦਾ ਸਮਾਂ ਜਿਹੜਾ ਮੈਂ ਭੁੱਲੀ ਸੀ ਅਕਾਲ ਪੁਰਖ ਆਪਣੇ ਪਤੀ ਦੀ ਯਾਦ ਨੂੰ, ਉਹ ਮੈਨੂੰ ਇਦਾਂ ਲੱਗਦਾ ਜਿਵੇਂ 50 ਸਾਲ ਹੋ ਗਏ। ਤੇ ਬਾਬਾ ਫਰੀਦ ਜੀ ਕਹਿੰਦੇ ਹੈਰਾਨਗੀ ਤੇ ਇਸ ਗੱਲ ਦੀ ਹੈ ਵੀ ਇੱਕ ਇਸਤਰੀਆਂ ਉਹ ਵੀ ਰੱਬ ਨੇ ਬਣਾਈਆਂ ਜਿਨ੍ਹਾਂ ਨੇ ਅੱਜ ਤੱਕ ਚੇਤੇ ਹੀ ਨਹੀਂ ਕੀਤਾ, ਉਹਨੂੰ ਯਾਦ ਹੀ ਨਹੀਂ ਕੀਤਾ, ਉਹ ਕਦੇ ਵੀ ਚੇਤੇ ਨਹੀਂ ਕੀਤਾ ਉਹਨਾਂ ਨੇ। ਤੇ ਉਹਨਾਂ ਦੀ ਜ਼ਿੰਦਗੀ ਕਿੱਦਾਂ ਲੰਘਦੀ ਹੋਏਗੀ। ਜਾਏ ਪੁੱਛੋ ਦੁਹਾਗਣੀ, ਉਹਨਾਂ ਨੂੰ ਜਾ ਕੇ ਪੁੱਛੋ ਜਿਹੜੀਆਂ ਰੱਬ ਨੂੰ ਚੇਤੇ ਹੀ ਨਹੀਂ ਕਰਦੀਆਂ, ਜਿਹੜੀਆਂ ਦੁਹਾਗਣਾ ਅਭਾਗਣਾ ਬਣੀਆਂ ਹੋਈਆਂ, ਜਿਹੜੀਆਂ ਤੁਮ ਕਿਉਂ ਰਹਿਣ ਵਿਹਾਏ। ਵੀ ਰਹਿਣ ਦਾ ਮਤਲਬ ਇੱਥੇ ਜ਼ਿੰਦਗੀ, ਤੁਹਾਡੀ ਜ਼ਿੰਦਗੀ ਕਿਵੇਂ ਲੰਘਦੀ ਹੈ ਭਾਈ? ਤੁਸੀਂ ਕਿਵੇਂ ਆਪਣਾ ਜੀਵਨ ਜਿਹੜਾ ਉਹਨੂੰ ਗੁਜ਼ਾਰ ਰਹੀ ਹੋ, ਤੇ ਕਿਵੇਂ ਤੁਹਾਡਾ ਜੀਵਨ ਲੰਘ ਰਿਹਾ? ਸੰਸਾਰਿਕ ਪਦਾਰਥਾਂ ਦੇ ਆਧਾਰ ਤੇ ਹੀ ਹੈ ਨਾ ਫਿਰ ਤੇ ਚੇਤੇ ਰੱਖਿਓ, ਜਿਹੜੇ ਕੋਲ ਰੱਬ ਦਾ ਚਿੰਤਨ ਹੈ ਉਹ ਤੇ ਰੱਬ ਦੀ ਰਜ਼ਾ ਨੂੰ ਰਾਜੀ ਕਰਕੇ ਮੰਨ ਲੈਂਦਾ ਹੈ, ਰੱਬ ਦੇ ਭਾਣੇ ਨੂੰ ਰਾਜੀ ਕਰਕੇ ਮੰਨ ਲੈਂਦਾ, ਉਹ ਰੱਬ ਦੀ ਹਰ ਰਜ਼ਾ ਵਿੱਚ ਰਾਜੀ ਹੈ। ਤੇ ਹਾਏ ਹਾਏ ਕੁਰਲਾਉਂਦਾ ਉਹ ਹੀ ਹੈ ਜਿਹਦੇ ਕੋਲ ਰੱਬੀ ਚਿੰਤਨ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਨੇ ਇਸ ਗੱਲ ਦਾ ਵੀ ਜ਼ਿਕਰ ਬਾਣੀ ਦੇ ਅੰਦਰ ਕੀਤਾ, ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਗਵਾਰ। ਭੁੱਲੀ ਫਿਰਦੀ, ਭਟਕੀ ਫਿਰਦੀ, ਪ੍ਰੇਮ ਦਾ ਰਾਹ ਲੱਭਿਆ ਹੀ ਨਹੀਂ, ਰੱਬ ਦੇ ਘਰ ਵੱਲ ਨੂੰ ਜਾਂਦਾ ਰਸਤਾ ਮਿਲਿਆ ਹੀ ਨਹੀਂ। ਹੁਣ ਉਹ ਜਿਹਨੂੰ ਰਸਤਾ ਮਿਲਿਆ ਨਹੀਂ, ਉਹਦੇ ਹਾਲਾਤ ਕੀ ਨੇ? ਜੀਵਨ ਦੇ ਵਿੱਚ ਕੋਈ ਬਹੁਤੀ ਖੁਸ਼ਹਾਲੀ ਨਹੀਂ। ਕਿਉਂਕਿ ਇੱਕ ਪਾਸੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਇਹ ਵੀ ਰੱਖ ਰਹੇ ਵੀ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਟੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਜੇ ਕਿਤੇ ਮੈਨੂੰ ਵਿਕਦੇ ਹੋਏ ਖੰਭ ਮਿਲ ਜਾਣ ਨਾ, ਕਹਿੰਦੇ ਮੈਂ ਉਹ ਵੀ ਆਪਣੇ ਤਨ ਤੇ ਲੈ ਕੇ ਜੜਾ ਲਾਂ, ਤੇ ਮੈਂ ਆਪਣੇ ਸੱਜਣ ਤੋਂ ਦੂਰ ਨਹੀਂ ਰਹਿ ਸਕਦਾ। ਆਪਣੇ ਪਰਮੇਸ਼ਵਰ ਤੋਂ, ਆਪਣੇ ਮਿੱਤਰ ਤੋਂ, ਪਤੀ ਤੋਂ ਮੈਂ ਆਪਣੇ ਤੋਂ ਦੂਰ ਨਹੀਂ ਰਹਿ ਸਕਦਾ, ਮੈਂ ਜਾਣਾ ਚਾਹੁੰਦੀ ਹਾਂ। ਇੱਕ ਪੱਖ ਇਹ ਹੈ, ਤੇ ਇੱਕ ਉਹ ਹੈ ਜਿਹੜੇ ਪੰਥਾ ਪ੍ਰੇਮ ਨਾ ਜਾਣੀ ਭੂਲੀ ਫਿਰੈ ਗਵਾਰ, ਜਿਨ੍ਹਾਂ ਨੂੰ ਰਾਹ ਹੀ ਨਹੀਂ ਅਜੇ ਤੱਕ ਲੱਭਿਆ, ਉਹਨਾਂ ਨੇ ਤੁਰਨਾ ਕਿਹੜੇ ਪਾਸੇ ਹੈ ਤੇ ਕਿਹੜੇ ਮਾਰਗ ਤੇ ਚੱਲ ਕੇ ਜਾਣਗੀਆਂ। ਤੇ ਤੁਮ ਕਿਉਂ ਰਹਿਣ ਵਿਹਾਏ। ਭਗਤ ਫਰੀਦ ਸਾਹਿਬ ਕਹਿੰਦੇ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਰਾਤ, ਤੁਹਾਡਾ ਜ਼ਿੰਦਗੀ ਜਿਹੜੀ ਹੈ ਉਹ ਕਿਵੇਂ ਲੰਘਦੀ ਹੈ? ਤੁਹਾਡੇ ਕੋਲ ਤੇ ਚਿੰਤਨ ਹੀ ਨਹੀਂ ਰੱਬ ਦਾ। ਤੇ ਫਿਰ ਉਹਨਾਂ ਦੇ ਹਾਲਾਤ ਇਹ ਬਣਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਜਾਂ ਉਹਨਾਂ ਦੇ ਹਾਲਾਤ ਇਹ ਬਣ ਜਾਂਦੇ ਨੇ ਕਿ ਜਿਹੜਾ ਇਨਸਾਨ ਤੇ ਧਰਮੀ ਹੈ ਉਹਦੇ ਤੇ ਚਿਹਰੇ ਤੇ ਨਿਤਾ ਪ੍ਰਤੀ ਵਿਗਾਸ ਹੀ ਵਿਗਾਸ ਹੈ, ਖੇੜਾ ਹੀ ਖੇੜਾ ਹੈ। ਤੇ ਜਿਹਦੇ ਕੋਲ ਧਰਮ ਨਹੀਂ, ਹੁਣ ਉਹਨੂੰ ਡਰ ਹੈ, ਉਹਨੂੰ ਖੌਫ ਹੈ ਕਿਤੇ ਮੌਤ ਨਾ ਆ ਜਾਏ। ਜਿਹਨੂੰ ਪਤਾ ਹੈ ਮੈਂ ਆਪਣੀ ਜ਼ਿੰਦਗੀ ਆਪਣੇ ਪਰਮੇਸ਼ਵਰ, ਆਪਣੇ ਪਤੀ ਦੇ ਲੇਖੇ ਲਾਤੀ, ਮੈਨੂੰ ਕੋਈ ਪਰਵਾਹ ਨਹੀਂ, ਅੱਜ ਮੌਤ ਆ ਜੇ ਕੋਈ ਚਿੰਤਾ ਨਹੀਂ। ਤੇ ਜਿਹਨੂੰ ਪਤਾ ਵੀ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਾ ਮੈਂ ਜ਼ਿੰਦਗੀ 'ਚ ਕੀਤਾ ਕੀ ਹੈ, ਖੱਟਿਆ ਕੀ ਤੇ ਕਮਾਇਆ ਕੀ ਹੈ, ਉਹਨੇ ਤੇ ਡਰਨਾ ਹੀ ਹੈ ਨਾ ਮੌਤ ਤੋਂ। ਜੇ ਆਪਾਂ ਸੰਸਾਰਿਕ ਤੌਰ ਤੇ ਵੀ ਵੇਖ ਲਈਏ ਨਾ, ਇੱਕ ਇਨਸਾਨ ਆਪਣੀ ਮੌਤ ਤੋਂ ਤਾਂ ਡਰਦਾ ਕਿਉਂਕਿ ਉਹਦੀਆਂ ਖੁਆਇਸ਼ਾਂ ਬਹੁਤ ਜ਼ਿਆਦੀਆਂ। ਉਹਨੂੰ ਇਹ ਹੁੰਦਾ ਵੀ ਮੇਰੀ ਆਹ ਵੀ ਵਿਸ਼ ਪੂਰੀ ਹੋ ਜਾਏ, ਮੇਰੀ ਆਹ ਖੁਆਇਸ਼ ਵੀ ਪੂਰੀ ਹੋ ਜਾਏ। ਉਹ ਜਿੰਨੀਆਂ ਖੁਆਇਸ਼ਾਂ ਜ਼ਿਆਦੀਆਂ ਓਨਾ ਹੀ ਮੌਤ ਤੋਂ ਡਰ, ਤੇ ਜਿੰਨੀਆਂ ਖੁਆਇਸ਼ਾਂ ਘੱਟ ਮੌਤ ਦਾ ਓਨਾ ਹੀ ਖੌਫ ਘੱਟ। ਕਿਉਂਕਿ ਉਹਨੂੰ ਪਤਾ ਵੀ ਆਹ ਵਿਸ਼ ਪੂਰੀ ਹੋ ਗਈ, ਇਸ ਤੋਂ ਬਾਅਦ ਚ ਭਾਵੇਂ ਮੌਤ ਵੀ ਆ ਜਾਏ ਕੋਈ ਪਰਵਾਹ ਨਹੀਂ। ਆਪਾਂ ਸਾਰੇ ਬੈਠੇ ਆ,
ਮਨਾਂ ਦੇ ਅੰਦਰ ਸਾਡੇ ਇੱਕ ਇੱਕ ਵਿਸ਼ ਜ਼ਰੂਰ ਹੋਏਗੀ ਜਿਹਨੂੰ ਸੋਚ ਕੇ ਅਸੀਂ ਇਹ ਰੱਖਦੇ ਹਾਂ ਵੀ ਆਹ ਵਿਸ਼ ਪੂਰੀ ਹੋ ਜੇ, ਇਦੋਂ ਬਾਅਦ ਚ ਭਾਵੇਂ ਮੌਤ ਹੀ ਹੋ ਜੇ, ਕੋਈ ਚਿੰਤਾ ਨਹੀਂ। ਹਰ ਬੰਦੇ ਦੇ ਮਨ 'ਚ ਇੱਕ ਭਾਵਨਾ ਜ਼ਰੂਰ ਇਦਾਂ ਦੀ ਹੋਏਗੀ ਵੀ ਆਹ ਭਾਵਨਾ ਪੂਰੀ ਹੋ ਜੇ, ਜੇ ਇਦੋਂ ਬਾਅਦ ਚ ਮਰ ਵੀ ਜਾਵਾਂਗਾ ਨਾ ਤੇ ਕੋਈ ਚਿੰਤਾ ਨਹੀਂ ਮੈਨੂੰ। ਤੇ ਉਹਦੇ ਤੋਂ ਬਿਨਾ ਭਾਵੇਂ ਮੈਂ ਰੋਜ਼ ਆਪਣੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦਾ ਰਵਾਂ, ਪਰ ਮੈਨੂੰ ਖੌਫ ਬਣਿਆ ਰਹਿਣਾ ਵੀ ਵੇਖੀ ਕਿਤੇ ਮੌਤ ਨਾ ਆ ਜੇ, ਅਜੇ ਮੇਰੀ ਉਹ ਲਾਸਟ ਵਿਸ਼ ਰਹਿੰਦੀ ਹੈ। ਤਾਂ ਕਰਕੇ ਤੇ ਇੱਕ ਬੰਦੇ ਨੂੰ ਜਦੋਂ ਕਿਤੇ ਫਾਂਸੀ ਦੀ ਸਜ਼ਾ ਦਾ, ਮੌਤ ਦੀ ਸਜ਼ਾ ਦਿੱਤੀ ਜਾਂਦੀ, ਉਹਨੂੰ ਪੁੱਛਿਆ ਜਾਂਦਾ ਵੀ ਤੇਰੀ ਕੋਈ ਆਖਰੀ ਇੱਛਾ ਤੇ ਨਹੀਂ, ਦੱਸ ਦੇ। ਉਹਨੂੰ ਫਿਰ ਆਖਰੀ ਇੱਛਾ ਪੁੱਛੀ ਜਾਂਦੀ ਤੇ ਉਹ ਜੋ ਆਖਰੀ ਇੱਛਾ ਕਹਿ ਦੇ ਉਹਦੀ ਪੂਰੀ ਕੀਤੀ ਜਾਂਦੀ, ਭਾਵੇਂ ਜਿੱਦਾਂ ਮਰਜ਼ੀ ਕੀਤੀ ਜਾਏ। ਉਹਦਾ ਮਤਲਬ ਹੀ ਇਹ ਹੈ ਵੀ ਬੰਦਾ ਕਿਤੇ ਕੋਈ ਇੱਛਾ ਲੈ ਕੇ ਮਰ ਨਾ ਜਾਏ, ਇਹਦੀ ਆਖਰੀ ਇੱਛਾ ਜਿਹੜੀ ਉਹਨੂੰ ਪੁੱਛ ਲਓ। ਤੇ ਇਨਸਾਨ ਹਰ ਬੰਦੇ ਦੇ ਮਨ 'ਚ ਇੱਕ ਆਖਰੀ ਇੱਛਾ ਵੀ ਆਹ ਪੂਰੀ ਹੋ ਜਾਏ, ਇਦੋਂ ਬਾਅਦ 'ਚ ਮੈਂ ਮਰ ਵੀ ਜਾਵਾਂਗਾ ਤੇ ਮੈਨੂੰ ਕੋਈ ਚਿੰਤਾ ਨਹੀਂ। ਤੇ ਬਾਬਾ ਫਰੀਦ ਜੀ ਕਹਿੰਦੇ ਆਪਣੀ ਸਾਰਿਆਂ ਤੋਂ ਸ਼ੁਰੂ ਵਾਲੀ ਤੇ ਸਾਰਿਆਂ ਤੋਂ ਆਖਰੀ ਵਾਲੀ ਇੱਛਾ ਇਹੀ ਹੈ ਵੀ ਰੱਬਾ ਹਰ ਵਕਤ ਤੇਰੇ ਚਿੰਤਨ 'ਚ ਬੈਠਾ ਰਵਾਂ ਤੇ ਮੈਂ ਤੇਰਾ ਚਿੰਤਨ ਕਦੇ ਭੁੱਲਾਂ ਨਾ, ਕਿਉਂਕਿ ਤੇਰੇ ਤੋਂ ਬਿਨਾਂ ਲੰਘਿਆ ਇੱਕ ਪਲ ਵੀ ਮੇਰੇ ਲਈ ਮਾਨੋ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਲੰਘ ਗਈਆਂ, ਮੈਂ ਉਹ ਬਰਦਾਸ਼ਤ ਨਹੀਂ ਕਰ ਸਕਦਾ। ਤੇ ਨਾਲ ਫਿਰ ਦੂਜਾ ਪੱਖ ਇਹ ਰੱਖਦਾ ਸੀ ਵੀ ਉਹਨਾਂ ਨੂੰ ਵੀ ਪੁੱਛ ਲਓ ਭਾਈ, ਜਿਹੜੀਆਂ ਜੀਵ ਇਸਤਰੀਆਂ ਨੇ ਅੱਜ ਤੱਕ ਆਪਣੇ ਪਰਮੇਸ਼ਵਰ ਪਤੀ ਨੂੰ ਚੇਤੇ ਹੀ ਨਹੀਂ ਕੀਤਾ, ਉਹ ਆਪਣੀ ਜ਼ਿੰਦਗੀ ਨੂੰ ਕਿਵੇਂ ਲੰਘਾਉਂਦੀਆਂ ਹਨ। ਸੋਹਰੇ ਢੋਈ ਨਾ ਲਹੈ, ਪਈਐ ਨਾਹੀ ਥਾਓ। ਹੁਣ ਏਦਾਂ ਦੀ ਇਸਤਰੀ ਜਿਹੜੀ ਹੈ, ਬਾਬਾ ਫਰੀਦ ਜੀ ਕਹਿੰਦੇ ਉਹ ਵਿਚਾਰੀ ਕਿਸੇ ਪਾਸੇ ਜਾਣ ਜੋਗੀ ਵੀ ਨਹੀਂ, ਨਾ ਉਹਨੂੰ ਸਹੁਰੇ ਥਾਂ ਮਿਲਣੀ ਤੇ ਨਾ ਉਹਨੂੰ ਪੇਕੇ ਥਾਂ ਮਿਲਣੀ। ਜਿਵੇਂ ਇੱਕ ਨਿੱਕਾ ਜਿਹਾ ਮੈਂ ਸੰਸਾਰਿਕ ਪੱਖ ਰੱਖਦੇ ਆ, ਧੀ ਦਾ ਵਿਆਹ ਕੀਤਾ, ਪਰਿਵਾਰ ਨੇ, ਮਾਤਾ ਪਿਤਾ ਨੇ ਉਹਨੂੰ ਸਹੁਰੇ ਪਰਿਵਾਰ ਤੋਰਤਾ। ਹੁਣ ਉਹ ਸਹੁਰੇ ਪਰਿਵਾਰ ਆਪਣਾ ਜੀਵਨ ਜਿਹੜਾ ਉਹਨੇ ਲਾਈਫ ਜਿਹੜੀ ਉਹ ਸਪੈਂਡ ਕਰਨੀ, ਸਾਰੀ ਲਾਈਫ ਉਹਨੇ ਉੱਥੇ ਬਤੀਤ ਕਰਨੀ। ਜੇ ਤੇ ਉਹ ਚੰਗੇ ਗੁਣਾਂ ਦੀ ਮਾਲਕਣ ਹੋਏਗੀ, ਸਹੁਰੇ ਪਰਿਵਾਰ ਵਿੱਚ ਵੀ ਅਦਬ ਤੇ ਸਤਿਕਾਰ, ਤੇ ਉਹਨਾਂ ਚੰਗੇ ਗੁਣਾਂ ਕਰਕੇ ਜਦੋਂ ਸਹੁਰੇ ਪਰਿਵਾਰ 'ਚ ਅਦਬ ਤੇ ਸਤਿਕਾਰ ਮਿਲਣਾ, ਉੱਥੋਂ ਜਦੋਂ ਆਪਣੇ ਪੇਕੇ ਪਰਿਵਾਰ ਜਾਇਆ ਕਰੇਗੀ, ਉੱਥੋਂ ਵੀ ਬੜਾ ਅਦਬ ਤੇ ਸਤਿਕਾਰ ਮਿਲੇਗਾ। ਦੋਵਾਂ ਪਾਸੇ ਥਾਂ ਬਣ ਗਈ। ਪੇਕਾ ਪਰਿਵਾਰ ਵੀ ਕਹਿੰਦਾ ਸਾਡੀ ਧੀ ਹੈ, ਸਹੁਰਾ ਪਰਿਵਾਰ ਵੀ ਕਹਿੰਦਾ ਸਾਡੀ ਧੀ ਹੈ। ਇਹ ਨਾ ਸੋਚੋ ਵੀ ਧੀਆਂ ਦਾ ਕੋਈ ਘਰ ਨਹੀਂ ਹੈ ਜਾਂ ਉਹਨਾਂ ਨੂੰ ਸਹੁਰੇ ਨਹੀਂ ਰੱਖਦੇ, ਪੇਕੇ ਨਹੀਂ ਰੱਖਦੇ। ਉਹ ਧੀਆਂ ਉੱਤੇ ਨਿਰਭਰ ਕਰਦਾ ਵੀ ਉਹਨਾਂ ਨੇ ਆਪਣੇ ਆਪ ਨੂੰ ਕਿੱਦਾਂ ਸਹੁਰੇ ਤੇ ਪੇਕੇ ਪਰਿਵਾਰ ਦੇ ਵਿੱਚ ਦੋਵਾਂ ਪਾਸੇ, ਕਿਉਂਕਿ ਇੱਕ ਧੀ ਐਸੀ ਹੈ ਜਿਹਨੇ ਦੋ ਘਰਾਂ ਨੂੰ ਜੋੜਨਾ ਵੀ ਹੈ, ਦੋ ਘਰਾਂ ਨੂੰ ਵਸਾਉਣਾ ਵੀ ਹੈ। ਇਹ ਤੇ ਸੰਸਾਰਿਕ ਪੱਖ। ਹੁਣ ਇਸੇ ਨੂੰ ਲੈ ਕੇ ਜਦੋਂ ਆਪਾਂ ਅਧਿਆਤਮਿਕ ਤੌਰ ਤੇ ਵੇਖਾਂਗੇ, ਆਪਾਂ ਸਾਰੇ ਜੀਵ ਇਸਤਰੀਆਂ, ਆ ਸੰਸਾਰ ਸਾਡਾ ਪੇਕਾ ਪਰਿਵਾਰ ਹੈ, ਇੱਥੇ ਰਹਿ ਕੇ ਅਸੀਂ ਗੁਣ ਇਕੱਠੇ ਕਰਨੇ। ਇਦੋਂ ਬਾਅਦ ਚ ਜਦੋਂ ਮਰ ਜਾਣਾ ਅਸੀਂ ਸਹੁਰੇ ਪਰਿਵਾਰ ਜਾਣਾ। ਉਹ ਸਾਡਾ ਸਹੁਰਾ ਪਰਿਵਾਰ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਭਨਾ ਸਹੁਰੇ ਵੰਝਣਾ ਸਭ ਮੁਕ ਲਾਵਣ ਹਾਰ। ਆਪਾਂ ਸਾਰੇ ਹੀ ਮੁਕ ਲਾਵਣ ਹਾਰੀਆਂ ਆ ਤੇ ਆਪਾਂ ਸਾਰਿਆਂ ਨੇ ਸਹੁਰੇ ਪਰਿਵਾਰ ਜਾਣਾ, ਇਹਦੇ ਚ ਕੋਈ ਅਤਕਥਨੀ ਨਹੀਂ। ਸਹੁਰੇ ਪਰਿਵਾਰ ਵਿੱਚ ਜਾ ਕੇ ਮੁੱਲ ਗੁਣਾਂ ਦਾ ਪੈਂਦਾ ਹੈ। ਸਹੁਰੇ ਪਰਿਵਾਰ ਵਿੱਚ ਜਾ ਕੇ ਮੁੱਲ ਗੁਣਾਂ ਦਾ ਪੈਂਦਾ ਹੈ। ਤੇ ਸੱਜਣਾ ਰੱਬ ਦੇ ਘਰ 'ਚ ਜਾ ਕੇ ਮੁੱਲ ਗੁਣਾਂ ਦਾ ਹੀ ਪੈਣਾ। ਤੂੰ ਵੇਖ ਕਿੰਨੇ ਕੁ ਇਕੱਠੇ ਕੀਤੇ ਨੇ। ਜੇ ਤੂੰ ਇਹ ਕਵੇਂ ਵੀ ਮੈਂ ਗੁਣ ਕੋਈ ਇਕੱਠਾ ਨਹੀਂ ਕੀਤਾ, ਪਰ ਸਹੁਰੇ ਪਰਿਵਾਰ 'ਚ ਜਾ ਕੇ ਮੇਰਾ ਮੁੱਲ ਪੈ ਜਾਏ, ਅਗਲੇ ਮੇਰੇ ਪੈਰਾਂ ਥੱਲੇ ਹੱਥ ਦੇਂਦੇ ਫਿਰਨ, ਤੇ ਬੜੀ ਵੱਡੀ ਮੂਰਖਤਾਈ ਹੈ, ਨਾ ਸਮਝੀ ਹੈ। ਗੁਣ ਹੋਣਗੇ ਤੇ ਅਗਲੇ ਪੈਰਾਂ ਥੱਲੇ ਹੱਥ ਵੀ ਰੱਖਣ ਨੂੰ ਤਿਆਰ ਨੇ ਵੀ ਧੀਏ ਤੂੰ ਬੜੀ ਸਿਆਣੀ ਹੈ, ਬੜੀ ਸੂਝਵਾਨ ਹੈ, ਤੇਰੀ ਮੱਤ ਬੜੀ ਚੰਗੀ ਹੈ। ਤੇ ਜੇ ਗੁਣ ਕੋਲੇ ਨਹੀਂ, ਅਗਲੇ ਇਹ ਕਹਿਣਗੇ ਇੱਕ ਤੋਂ ਦੂਜੇ ਦਿਨ ਵੀ ਜਾ ਪਹਿਲੋਂ ਆਪਣੀ ਮਾਂ ਨੂੰ ਕਹਿ ਵੀ ਸਾਨੂੰ ਗੁਣ ਸਿਖਾ, ਫਿਰ ਸਾਡੇ ਘਰੇ ਆਈ। ਇਦਾਂ ਹੀ ਹੋਏਗਾ। ਹੁਣ ਇਸ ਸੰਸਾਰ ਤੇ ਰਹਿੰਦੇ ਆ, ਜਦੋਂ ਅਸੀਂ ਗੁਣ ਇਕੱਠੇ ਹੀ ਨਹੀਂ ਕੀਤੇ, ਬਿਨਾਂ ਗੁਣਾਂ ਤੋਂ ਅਸੀਂ ਚਲੇ ਗਏ, ਰੱਬ ਦੇ ਘਰ 'ਚ ਚਲੇ ਗਏ, ਪ੍ਰਵਾਨਗੀ ਕਿੱਥੇ ਹੈ? ਕੋਈ ਪ੍ਰਵਾਨਗੀ ਨਹੀਂ। ਜਦੋਂ ਪ੍ਰਵਾਨਗੀ ਨਾ ਹੋਈ, ਫਿਰ ਜੰਮਣ ਮਰਨ ਦਾ ਗੇੜ ਮਿਲੇਗਾ ਵੀ ਜਾ ਹੁਣ ਤੈਨੂੰ ਦੁਬਾਰਾ ਧਰਤੀ ਤੇ ਭੇਜਿਆ ਜਾਣਾ, ਤੇ ਹੁਣ ਕਿਤੇ ਆਪਣਾ ਸਮਾਂ ਲੰਘਾ ਕੇ ਨਾ ਆ ਜੀ, ਹੁਣ ਗੁਣ ਇਕੱਠੇ ਕਰ ਲਈ।
ਫਿਰ ਬੰਦਾ ਜੰਮਣ ਮਰਨ ਦੇ ਗੇੜ ਵਿੱਚ ਹੈ। ਜੇ ਉਹੀ ਜੀਵ ਇਸਤਰੀ ਇਸ ਸੰਸਾਰ ਤੇ ਰਹਿੰਦਿਆਂ, ਭਾਵ ਆਪਾਂ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਚੰਗੇ ਗੁਣ ਆਪਣੇ ਜੀਵਨ 'ਚ ਭਰ ਲਾਂਗੇ, ਚੰਗੇ ਗੁਣ ਇਕੱਠੇ ਕਰ ਲਾਂਗੇ, ਚੰਗੇ ਗੁਣ ਇਸ ਸੰਸਾਰ 'ਚ ਵੀ ਸਾਨੂੰ ਮਾਣ ਦਿਵਾਉਂਦੇ ਨੇ। ਸਾਡੇ ਕੋਲ ਗੁਣ ਹੋਣਗੇ, ਸਾਡੇ ਗੁਣਾਂ ਕਰਕੇ ਲੋਕ ਸਾਡੀ ਵਾਹ ਵਾਹ ਵੀ ਕਰਨਗੇ, ਮਾਣ ਵੀ ਮਿਲੇਗਾ, ਰਿਸਪੈਕਟ ਵੀ ਮਿਲੇਗੀ, ਸਨਮਾਨ ਵੀ ਮਿਲੇਗਾ। ਕਿਉਂ? ਕਿਉਂਕਿ ਗੁਣਾਂ ਦੇ ਮਾਲਕ ਹਾਂ ਅਸੀਂ। ਤੇ ਜੇ ਉਹੀ ਗੁਣਾਂ ਦੀ ਬਜਾਏ ਅਸੀਂ ਔਗਣਿਆਰੇ ਬਣ ਜਾਈਏ, ਔਗਣ ਇਕੱਠੇ ਕਰਦੇ ਰਹੀਏ ਕਿ ਕਾਹਦੀ ਰਿਸਪੈਕਟ, ਕਾਹਦਾ ਮਾਣ ਤੇ ਕਾਹਦਾ ਸਤਿਕਾਰ, ਫਿਰ ਅਗਲੇ ਇੱਥੇ ਵੀ ਨਰਾਦਰ ਕਰਦੇ, ਇਸ ਜਗ੍ਹਾ ਦੇ ਉੱਤੇ ਵੀ ਜਿਹੜੇ ਆ ਉਹ ਸਾਡਾ ਮਾਨ ਸਨਮਾਨ ਦੀ ਜਗ੍ਹਾ ਸਾਨੂੰ ਅਪਮਾਨ ਦਿੱਤਾ ਜਾਂਦਾ ਵੀ ਇਹਦੇ ਕੋਲ ਗੁਣ ਕਿੱਥੇ, ਇਹ ਤੇ ਔਗਣਾਂ ਨਾਲ ਭਰਿਆ ਹੋਇਆ ਹੈ। ਇੱਥੇ ਵੀ ਅਪਮਾਨ, ਜਦੋਂ ਰੱਬੀ ਦਰ ਤੇ ਜਾਵਾਂਗੇ ਉੱਥੇ ਵੀ ਅਪਮਾਨ, ਸਹੁਰੇ ਪਰਿਵਾਰ 'ਚ ਗਏ ਉੱਥੇ ਵੀ ਅਪਮਾਨ, ਕੋਈ ਕਿਉਂਕਿ ਗੁਣ ਕੋਲੇ ਨਹੀਂ। ਹੁਣ ਗੁਣਾਂ ਨੂੰ ਇਕੱਠਾ ਕਰਨਾ ਹੀ ਸਾਡਾ ਫਰਜ਼ ਹੈ, ਗੁਣ ਹੀ ਅਸੀਂ ਇਕੱਠੇ ਕਰਨੇ ਨੇ। ਤੇ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸਾਹੁਰੇ ਢੋਈ ਨਾ ਲਹੈ, ਪਈਐ ਨਾਹੀ ਥਾਉ। ਉਹਨੂੰ ਸਹੁਰੇ ਵੀ ਢੋਈ ਨਹੀਂ ਮਿਲਦੀ ਤੇ ਪੇਕੇ ਪਰਿਵਾਰ 'ਚ ਵੀ ਢੋਈ ਨਹੀਂ ਮਿਲਦੀ। ਕਿਹਨੂੰ? ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਜਿਹੜੀਆਂ ਜੀਵ ਇਸਤਰੀਆਂ ਸੰਸਾਰ ਤੇ ਰਹਿੰਦਿਆਂ ਹੋਇਆਂ ਵੀ ਪਰਮੇਸ਼ਵਰ ਪਤੀ ਨੂੰ ਭੁੱਲ ਕੇ ਜੀਵਨ ਗੁਜ਼ਾਰਦੀਆਂ, ਤੇ ਰੱਬ ਦੇ ਦਰ ਤੇ ਜਾ ਕੇ ਤੇ ਉਹਨਾਂ ਨੂੰ ਮਾਣ ਸਤਿਕਾਰ ਹੀ ਕੀ ਮਿਲਣਾ, ਰਿਸਪੈਕਟ ਹੀ ਕੀ ਮਿਲਣੀ। ਤੇ ਉਹਨਾਂ ਨੂੰ ਨਾ ਸਹੁਰੇ ਥਾਂ ਤੇ ਨਾ ਪੇਕੇ ਵਿੱਚ ਥਾਂ। ਸਹੁਰੇ ਢੋਈ ਮਿਲਣੀ ਕੋਈ ਨਹੀਂ, ਕਿਉਂਕਿ ਪੇਕੇ 'ਚ ਰਹਿ ਕੇ ਚੇਤੇ ਨਹੀਂ ਸੀ ਕੀਤਾ, ਤੇ ਜਦੋਂ ਪੇਕੇ ਰਹਿ ਕੇ ਚੇਤੇ ਨਹੀਂ ਕੀਤਾ ਆਪਣੇ ਕੰਤ ਆਪਣੇ ਪਤੀ ਨੂੰ, ਤੇ ਹੁਣ ਸਹੁਰੇ ਜਾਏਗੀ, ਸਹੁਰੇ ਜਾ ਕੇ ਥਾਂ ਕੋਈ ਨਹੀਂ ਮਿਲਣੀ, ਉੱਥੋਂ ਵੀ ਧੱਕੇ ਮਾਰ ਕੇ ਕੱਢ ਦਿੱਤਾ ਜਾਣਾ ਵੀ ਜਾ ਚਲੀ ਜਾ ਹੁਣ। ਤੇ ਸਹੁਰੇ ਪਰਿਵਾਰ 'ਚੋਂ ਕੱਢ ਦਿੱਤੀ ਗਈ, ਪੇਕੇ ਪਰਿਵਾਰ ਨੇ ਕਹਿਣਾ ਵੀ ਜਾ ਭਾਈ, ਅਸੀਂ ਹੁਣ ਕਿੰਨੇ ਕੁ ਦਿਨ ਰੱਖ ਲਾਂਗੇ ਤੈਨੂੰ ਇੱਥੇ। ਇਹ ਤੇ ਸੰਸਾਰਕ ਤੌਰ ਤੇ ਵੀ ਆਪਾਂ ਵੇਖ ਹੀ ਸਕਦੇ ਨਾ। ਇੱਕ ਧੀ ਆਵੇ, ਜੇ ਤੇ ਮਾਂ-ਬਾਪ ਸਿਆਣੇ ਨੇ, ਚਾਹੁੰਦੇ ਵੀ ਸਾਡੀ ਧੀ ਦਾ ਘਰ ਵਸਦਾ ਰਹੇ, ਫਿਰ ਤੇ ਉਹਨੂੰ ਕਹਿਣਗੇ ਧੀਏ ਆਪਣੇ ਪਰਿਵਾਰ 'ਚ ਜਾ, ਕੋਈ ਗੱਲ ਨਹੀਂ, ਪਰਿਵਾਰ ਦੇ ਵਿੱਚ ਮਾੜਾ ਮੋਟਾ ਦੁੱਖ ਸੁੱਖ, ਮਾੜੀ ਮੋਟੀ ਨੋਕ ਝੋਕ ਚੱਲਦੀ ਰਹਿੰਦੀ ਹੈ, ਕੋਈ ਵੱਡੀ ਗੱਲ ਨਹੀਂ, ਪਿਆਰ ਨਾਲ ਰਿਹਾ ਕਰੋ। ਤੁਸੀਂ ਦੋਵੇਂ ਇੱਕ ਦੂਜੇ ਦੇ ਸਾਥੀ ਹੋ, ਜਿਵੇਂ ਮਾਂ-ਬਾਪ ਨੇ ਸਮਝਾਉਣਾ ਉਹਨੇ ਸਮਝਾ ਦੇਣਾ। ਤੇ ਜੇ ਉਹੀ ਮਾਂ-ਬਾਪ ਹੀ ਕਹਿਣ ਵੀ ਛੱਡ ਧੀਏ, ਤੈਨੂੰ ਕੀ ਲੋੜ ਉੱਥੇ ਜਾਣ ਦੀ, ਤੂੰ ਚਿੰਤਾ ਨਾ ਕਰ, ਅਸੀਂ ਜਿਉਣੇ ਆ, ਬਹਿ ਇੱਥੇ, ਘਰ ਕਿੱਥੇ ਵਸਣਾ ਉਹਦਾ। ਮਾਂ-ਬਾਪ ਉਜਾੜੇ ਦਾ ਕਾਰਨ ਬਣ ਜਾਣਗੇ, ਘਰ ਉੱਜੜ ਗਿਆ। ਸਹੁਰੇ ਪਰਿਵਾਰ ਚੋਂ ਬੇਮੁਖ ਹੋ ਗਈ ਉਹ। ਹੁਣ ਪੇਕੇ ਪਰਿਵਾਰ ਵਾਲੇ ਕਿੰਨਾ ਕੁ ਚਿਰ ਬਿਠਾ ਕੇ ਰੱਖਣਗੇ? ਉਹਨਾਂ ਨੇ ਇੱਕ ਪਾਸੇ ਤੋਂ ਬੇਮੁਖ ਕੀਤੀ, ਉਹਨਾਂ ਨੇ ਕਹਿਣਾ ਵੀ ਚੱਲ ਧੀਏ ਹੁਣ ਦੂਜੇ ਪਾਸੇ ਤੇਰਾ ਵਿਆਹ ਕਰ ਦਿੰਨੇ। ਰੱਖਣਾ ਤੇ ਨਹੀਂ ਨਾ ਉਹਨਾਂ ਨੇ। ਇਹੀ ਹਾਲਾਤ ਰੱਬੀ ਘਰ 'ਚ ਨੇ। ਸੰਸਾਰ ਤੇ ਸਾਨੂੰ ਕੋਈ ਕਿੰਨਾ ਕੁ ਚਿਰ ਰੱਖ ਲੇਗਾ? 50 ਸਾਲ ਰਹਿ ਲਾਂਗੇ, 60 ਸਾਲ ਰਹਿ ਲਾਂਗੇ, 100 ਸਾਲ ਰਹਿ ਲਾਂਗੇ। 100 ਸਾਲ ਬਾਅਦ ਤੇ ਅਗਲਾ ਕਹਿਣਾ ਹੀ ਆ ਵੀ ਚੱਲ ਵੀ ਮਰ ਗਈ, ਹੁਣ ਇਹਨੂੰ ਆ ਜੀਵ ਮਰ ਗਿਆ, ਹੁਣ ਇਹਨੂੰ ਅੱਗ ਲਾ ਦਿਓ। ਪੇਕੇ ਪਰਿਵਾਰ 'ਚੋਂ ਜਾਣਾ ਮਤਲਬ ਸੰਸਾਰ ਤੋਂ ਚਲੇ ਜਾਣਾ, ਭਾਵ ਮਰ ਜਾਣਾ। ਹੁਣ ਮਰ ਗਿਆ ਜੀਵ, ਚਲੇ ਗਿਆ। ਹੁਣ ਜੇ ਤੇ ਗੁਣ ਇਕੱਠੇ ਕੀਤੇ ਹੋਣਗੇ ਫਿਰ ਤੇ ਸਹੁਰੇ ਪਰਿਵਾਰ 'ਚ ਢੋਈ ਮਿਲ ਜੇਗੀ, ਰੱਬ ਆਪਣੇ ਚਰਨਾਂ 'ਚ ਵਾਸਾ ਨਿਵਾਸ ਦੇ ਦੇਗਾ। ਤੇ ਜੇ ਗੁਣ ਹੀ ਇਕੱਠੇ ਨਾ ਕੀਤੇ ਹੋਏ, ਉੱਥੋਂ ਵੀ ਧੱਕੇ ਮਾਰ ਕੇ ਕੱਢ ਦਿੱਤਾ ਜਾਣਾ ਵੀ ਚੱਲ ਭਾਈ ਤੂੰ ਤੇ ਗੁਣ ਹੀ ਕੋਈ ਨਹੀਂ ਲੈ ਕੇ ਆਈ। ਤੇ ਸਤਿਗੁਰੂ ਬਾਣੀ 'ਚ ਕਹਿੰਦੇ ਨੇ, ਮਾਲਕ ਕਹਿੰਦੇ ਜਦੋਂ ਗੁਣ ਕੋਲੇ ਹੋਣਗੇ ਨਾ, ਫਿਰ ਰੇ ਦਰਗਾ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਊ। ਜਦੋਂ ਗੁਣ ਕੋਲੇ ਹੋਣਗੇ ਉਦੋਂ ਸਾਰੀਆਂ ਥਾਵਾਂ ਤੇ ਰਿਸਪੈਕਟ ਅਦਬ ਮਿਲੇਗਾ, ਤੇ ਜਦੋਂ ਗੁਣ ਕੋਲੇ ਨਹੀਂ ਹੋਣਗੇ ਫਿਰ ਕੌਣ ਪੁੱਛਦਾ? ਮੁੱਲ ਸਿਰਫ ਗੁਣਾਂ ਦਾ ਪੈਂਦਾ, ਗੁਣ ਤੋਂ ਬਿਨਾਂ ਕਿਸੇ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਤੇ ਸਤਿਗੁਰੂ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਸਹੁਰੇ ਢੋਈ ਨਾ ਲਹੈ, ਪਈਐ ਨਾਹੀ ਥਾਉ। ਉਹਨੂੰ ਪੇਕੇ ਪਰਿਵਾਰ ਵਿੱਚ ਵੀ ਥਾਂ ਨਹੀਂ ਮਿਲਦੀ। ਫਿਰ ਵਾਤੜੀ ਨਾ ਪੁੱਛਈ, ਧਨ ਸੁਹਾਗਣ ਨਾਓ। ਨਾ ਸਹੁਰੇ ਪਰਿਵਾਰ 'ਚ ਥਾਂ ਮਿਲੀ, ਨਾ ਪੇਕੇ ਪਰਿਵਾਰ 'ਚ, ਤੇ ਨਾ ਰੱਖੀ ਫਿਰਦੀ ਆਪਣਾ ਸੁਹਾਗਣ, ਮਤਲਬ ਆਪਣੇ ਆਪ ਨੂੰ ਸੁਹਾਗਣ ਕਹਿ ਰਹੀ ਉਹ ਇਸਤਰੀ ਵੀ ਮੈਂ ਸੁਹਾਗਣ ਆ। ਨਾ ਸਹੁਰਾ ਪਰਿਵਾਰ ਰੱਖਦਾ ਤੇ ਨਾ ਪੇਕਾ ਪਰਿਵਾਰ ਰੱਖਦਾ, ਪਤੀ ਬਾਤ ਕੋਈ ਨਹੀਂ ਪੁੱਛਦਾ, ਤੇ ਆਪਾਂ ਨੂੰ ਸੁਹਾਗਣ ਕਹਿ ਸਕਦੇ ਹਾਂ। ਜਿਸ ਇਸਤਰੀ ਨੂੰ ਨਾ ਸਹੁਰਾ ਪਰਿਵਾਰ ਰੱਖਣ ਨੂੰ ਤਿਆਰ ਹੋਵੇ ਤੇ ਨਾ ਪੇਕਾ ਪਰਿਵਾਰ ਰੱਖਣ ਨੂੰ ਤਿਆਰ ਹੋਵੇ,
ਤੇ ਨਾ ਉਹਦਾ ਪਤੀ ਉਹਨੂੰ ਪੁੱਛੇ ਕੁਛ, ਉਹ ਮੰਨੇ ਹੀ ਨਾ ਵੀ ਤੂੰ ਮੇਰੀ ਪਤਨੀ ਹੈ, ਤੇ ਉਹਨੂੰ ਸੁਹਾਗਣ ਕਹਿ ਦਾਂਗੇ? ਸੰਸਾਰਿਕ ਤੌਰ ਤੇ ਵੀ ਆਪਾਂ ਸੁਹਾਗਣ ਨਹੀਂ ਕਹਿ ਸਕਦੇ। ਤੇ ਜੇ ਹੁਣ ਜਿਸ ਪੱਖ ਨੂੰ ਲੈ ਕੇ ਬਾਬਾ ਫਰੀਦ ਜੀ ਗੱਲ ਕਰ ਰਹੇ ਨੇ, ਉਸ ਪੱਖ ਦੀ ਗੱਲ ਕਰਾਂਗੇ। ਪੇਕੇ ਪਰਿਵਾਰ 'ਚ ਥਾਂ ਨਹੀਂ ਮਿਲਣੀ, ਇੱਥੋਂ ਵੀ ਜਾਣਾ ਪੈਣਾ। ਸਹੁਰੇ ਪਰਿਵਾਰ 'ਚ ਜਾ ਕੇ ਰਹਿਣ ਜੋਗੀ ਗੋਣੀ ਕੋਲੇ ਨਾ ਹੋਏ, ਥਾਂ ਉੱਥੇ ਵੀ ਨਹੀਂ ਮਿਲਣੀ। ਪਤੀ ਨੇ ਤੇ ਬਾਤ ਹੀ ਕੀ ਪੁੱਛਣੀ ਹੈ? ਜੇ ਪਤੀ ਨੇ ਬਾਤ ਪੁੱਛਣੀ ਹੁੰਦੀ, ਜੇ ਪਤੀ ਦੀ ਸੰਭਾਲ ਕੀਤੀ ਹੁੰਦੇ ਤੇ ਪਤੀ ਬਾਤ ਪੁੱਛਦਾ ਨਾ। ਰੱਬ ਨੂੰ ਸੰਭਾਲਿਆ ਹੁੰਦਾ ਤੇ ਰੱਬ ਨੇ ਬਾਤ ਪੁੱਛਣੀ ਸੀ ਨਾ। ਰੱਬ ਨੂੰ ਚੇਤੇ ਕੀਤਾ ਹੁੰਦਾ ਤੇ ਰੱਬ ਸੰਗੀ ਬਣ ਕੇ ਖੜੋਂਦਾ ਨਾ, ਵੀ ਨਹੀਂ ਜੀ ਇਹ ਮੇਰੀ ਪਤਨੀ ਹੈ। ਫਿਰ ਉਹਨੂੰ ਅਦਬ ਵੀ ਮਿਲਦਾ, ਸਤਿਕਾਰ ਵੀ ਮਿਲਦਾ, ਰਿਸਪੈਕਟ ਵੀ ਮਿਲਦੀ, ਸਹੁਰੇ ਪਰਿਵਾਰ 'ਚ ਥਾਂ ਵੀ ਮਿਲਦੀ, ਕਿਉਂਕਿ ਪਤੀ ਮੰਨ ਰਿਹਾ ਮੇਰੀ ਪਤਨੀ ਹੈ। ਉਹ ਆਪਣੇ ਨਾਲ ਰੱਖਣ ਨੂੰ ਤਿਆਰ ਹੈ, ਹਰ ਜਗ੍ਹਾ ਉੱਤੇ ਉਹ ਆਪਣੇ ਨਾਲ ਰੱਖਣ ਨੂੰ ਤਿਆਰ ਹੈ, ਉਹਦੇ ਸੰਗ ਖੜੋਣ ਨੂੰ ਤਿਆਰ ਹੈ। ਤੇ ਜੇ ਹੁਣ ਇਸਤਰੀ ਨੇ ਆਪਣੇ ਪਤੀ ਨੂੰ ਚੇਤਾ ਹੀ ਨਾ ਕੀਤਾ ਹੋਵੇ, ਉਹ ਭੁੱਲ ਹੀ ਗਈ ਹੋਵੇ ਆਪਣੇ ਪਤੀ ਨੂੰ, ਆਪਣੇ ਪਰਮੇਸ਼ਵਰ ਨੂੰ ਉਹਨੇ ਵਿਸਾਰ ਹੀ ਦਿੱਤਾ ਹੋਵੇ, ਪਦਾਰਥ ਵੇਖ ਕੇ ਡੁੱਲ ਹੀ ਗਈ ਹੋਵੇ, ਵਸਤੂਆਂ ਵੇਖ ਕੇ ਉਹ ਕਵੇ ਵੀ ਹੁਣ ਮੈਨੂੰ ਪਤੀ ਦੀ ਲੋੜ ਹੀ ਕੋਈ ਨਹੀਂ, ਤੇ ਪਤੀ ਕਹੇਗਾ ਵੀ ਮੈਂ ਤੇਰੇ ਨਾਲ ਖੜੋਤਾ, ਤੇਰੇ ਅੰਗ ਸੰਗ ਆ। ਐਵੇਂ ਨਹੀਂ ਸੀ ਸਤਿਗੁਰੂ ਨੇ ਭਾਈ ਸੱਜਣ ਨੂੰ ਸਮਝਾਉਂਦਿਆਂ ਕਿਹਾ ਸੀ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਭਾਈ ਸੱਜਣ ਅਸਲ ਵਿੱਚ ਉਹ ਹੀ ਹੈ ਜਿਹੜਾ ਚੱਲਦਿਆਂ ਨਾਲ ਚੱਲੇ ਤੇ ਜਿੱਥੇ ਲੇਖਾ ਪੁੱਛਿਆ ਜਾਏ ਉੱਥੇ ਤੇਰੇ ਤੋਂ ਪਹਿਲੋਂ ਖੜੋ ਜਾਏ। ਇਦਾਂ ਹੀ ਪਤੀ ਤੇ ਪਤਨੀ ਦਾ ਵੀ ਫਰਜ਼ ਹੈ, ਰਿਸ਼ਤਾ ਇੱਕ। ਹੁਣ ਇਹ ਨਹੀਂ ਵੀ ਪਤੀ ਜਿਹੜਾ ਉਹ ਅੱਗੇ ਹੋ ਕੇ ਖੜੋ ਜਾਏ ਤੇ ਪਤਨੀ ਜਦੋਂ ਪਤਨੀ ਦੀ ਵਾਰੀ ਆਏ ਤੇ ਉਹ ਕਵੇ ਵੀ ਮੈਂ ਕੌਣ, ਤੂੰ ਕੌਣ ਹੈ, ਮੈਂ ਤੇ ਤੈਨੂੰ ਜਾਣਦੀ ਨਹੀਂ। ਇਹ ਵੀ ਹਾਲਾਤ ਨਹੀਂ, ਪੱਖ ਦੋਵਾਂ ਲਈ ਇੱਕੋ ਜਾਏ। ਤੇ ਹੁਣ ਰੱਬ ਪਤੀ ਦੇ ਪ੍ਰਤੀ ਜਦੋਂ ਬਾਤ ਕਰਾਂਗੇ ਤੇ ਉਦੋਂ ਹਰ ਜਗ੍ਹਾ ਤੇ ਸਾਡਾ ਸਾਥੀ ਉਹਨੇ ਹੀ ਬਣਨਾ, ਇੱਕੋ ਨੇ ਸਾਡਾ ਸੰਗੀ ਬਣਨਾ। ਹਰ ਜਗ੍ਹਾ ਤੇ ਸਹਾਇਤਾ ਵੀ ਉਹਨੇ ਕਰਨੀ, ਹਰ ਜਗ੍ਹਾ ਤੇ ਛਡਾਉਣਾ ਵੀ ਉਹਨੇ ਹੀ ਹੈ, ਹਰ ਜਗ੍ਹਾ ਤੋਂ ਬਚਾਉਣਾ ਵੀ ਉਹਨੇ ਹੀ ਹੈ, ਹਰ ਜਗ੍ਹਾ ਦੇ ਉੱਤੇ ਪ੍ਰਤਪਾਲਣਾ ਵੀ ਉਹਨੇ ਕਰਨੀ, ਸੰਭਾਲਣਾ ਵੀ ਉਹਨੇ ਹੈ। ਉਹਦੇ ਤੋਂ ਬਿਨਾਂ ਨਾ ਸਾਂਭਣ ਵਾਲਾ, ਨਾ ਪ੍ਰਤਪਾਲਣ ਵਾਲਾ, ਨਾ ਹੀ ਸਾਨੂੰ ਰੱਖਣ ਵਾਲਾ, ਨਾ ਹੀ ਸਾਨੂੰ ਬਚਾਉਣ ਵਾਲਾ। ਇੱਕ ਆਪ ਹੀ ਹੈ ਉਹ ਜਿਹੜਾ ਬਚਾਉਂਦਾ, ਰੱਖਦਾ, ਪ੍ਰਤਪਾਲਦਾ, ਸੰਭਾਲਦਾ, ਹਰ ਕਰਮ ਉਹ ਸਾਡਾ ਕਰਦਾ ਹੈ। ਤੇ ਫਿਰ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਵੀ ਜੇ ਅਕਾਲ ਪੁਰਖ ਪ੍ਰਮਾਤਮਾ ਆਪਣੇ ਪਤੀ ਹੋਣ ਦਾ ਫਰਜ਼ ਨਿਭਾ ਰਿਹਾ ਹੈ ਤੇ ਫਿਰ ਸਾਡਾ ਫਰਜ਼ ਬਣਦਾ ਅਸੀਂ ਪਤਨੀਆਂ ਹੋਣ ਦੀ ਜ਼ਿੰਮੇਵਾਰੀ ਵੀ ਨਿਭਾਈਏ। ਸਾਡਾ ਫਰਜ਼ ਇਹ ਬਣਦਾ ਹੈ। ਜੇ ਸਾਡਾ ਪਤੀ ਆਪਣੇ ਪਤੀ ਹੋਣ ਦਾ ਫਰਜ਼ ਨਿਭਾ ਰਿਹਾ ਹੈ ਤੇ ਫਿਰ ਇੱਕ ਪਤਨੀ ਦਾ ਫਰਜ਼ ਬਣਦਾ ਉਹ ਪਤਨੀ ਹੋਣ ਦੀ ਜ਼ਿੰਮੇਵਾਰੀ ਵੀ ਨਿਭਾਵੇ, ਫਰਜ਼ ਨਿਭਾਵੇ ਆਪਣਾ। ਤੇ ਮਾਲਕ ਜੀ ਕਹਿ ਰਹੇ ਉਹਨੂੰ ਅਸੀਂ ਸੁਹਾਗਣ ਨਹੀਂ ਕਹਿ ਸਕਦੇ, ਫਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾ। ਕਹਿੰਦੇ ਉਸ ਇਸਤਰੀ ਨੂੰ ਸੁਹਾਗਣ ਕਿਵੇਂ ਮੰਨ ਲਈਏ ਤੇ ਆਪਣੇ ਆਪ ਨੂੰ ਬਣੀ ਫਿਰੇ ਚੰਗੀ ਸੁਹਾਗਣ। ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਸੀ, ਬਚਨ ਆਪ ਦੀਆਂ ਰਚਨਾਵਾਂ ਤੇ ਰਹਿੰਦਾ, ਜਿੱਥੇ ਉਹ ਇਹ ਕਹਿੰਦੇ ਪੁੱਛਤ ਹੈ ਸੁਹਾਗਣ, ਕਰਮ ਹੈ ਦੁਹਾਗਣ ਕੇ। ਸ਼ੁਰੂਆਤ ਇਹਦੀ ਕਵਿਤ ਦੀ ਕਰਦੇ ਭਾਈ ਗੁਰਦਾਸ ਜੀ, ਪੁੱਛਤ ਪਥਕ ਤੇ ਮਾਰਗ ਨਾ ਧਰੈ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਕਹਿ ਜਾਈਏ। ਜਾਣਾ ਕਿੱਥੇ? ਆਪਣੇ ਪ੍ਰੀਤਮ ਦੇ ਦੇਸ਼, ਆਪਣੇ ਪਤੀ ਦੇ ਦੇਸ਼ ਚੱਲੀ, ਭਾਵ ਆਪਣੇ ਪਤੀ ਦੇ ਨਗਰ, ਆਪਣੇ ਪਤੀ ਦੇ ਘਰ ਨੂੰ ਚੱਲੀ ਇਸਤਰੀ। ਤੇ ਪੁੱਛ ਕੀ ਰਹੀ ਹੈ? ਰਸਤਾ। ਹੁਣ ਰਸਤਾ ਪੁੱਛਦੀ ਹੋਈ ਤੁਰੀ ਜਾ ਰਹੀ ਹੈ, ਜਿੱਥੋਂ ਤੱਕ ਰਾਹ ਪਤਾ ਸੀ ਉੱਥੋਂ ਤੱਕ ਤੇ ਤੁਰੀ ਜਾਂਦੀ ਹੈ। ਜਿੱਥੇ ਜਾ ਕੇ ਰਾਹ ਮਤਲਬ ਇਦੋਂ ਅੱਗੇ ਨਹੀਂ ਪਤਾ ਉੱਥੇ ਜਾ ਕੇ ਖੜੋਗੀ। ਹੁਣ ਜਦੋਂ ਉੱਥੇ ਜਾ ਕੇ ਖੜੋਤੀ, ਉੱਥੇ ਜਾ ਕੇ ਲੰਘਣ ਵਾਲੇ ਰਾਹਦਾਰ ਜਿਹੜੇ ਪਾਂਧੀ ਨੇ ਉਹਨਾਂ ਨੂੰ ਪੁੱਛਦੀ ਹੈ ਵੀ ਦੱਸੋ ਭਾਈ ਮੈਂ ਆਪਣੇ ਪਤੀ ਨੂੰ ਉਹਦੇ ਘਰ ਜਾਣਾ ਚਾਹੁੰਦੀ ਆ ਤੇ ਦੱਸੋ, ਮਤਲਬ ਜੋ ਡਿਟੇਲ ਉਹਨੂੰ ਪਤਾ ਉਹਨੇ ਦੱਸਤੀ ਵੀ ਉਹ ਕਿਹੜਾ ਰਾਹ ਜਾਂਦਾ ਉਹਦੇ ਘਰ ਨੂੰ। ਪਾਂਧੀਆਂ ਨੇ ਦੱਸਤਾ ਵੀ ਆਹ ਰਸਤਾ ਜਾਂਦਾ। ਇੱਕ ਤੋਂ ਪੁੱਛਿਆ, ਯਕੀਨ ਨਹੀਂ ਹੋਇਆ ਵੀ ਹੋ ਸਕਦਾ ਝੂਠ ਬੋਲਦਾ ਹੋਵੇ। ਦੂਜੇ ਨੂੰ ਪੁੱਛ ਲਿਆ, ਦੂਜਾ ਵੀ ਉਹੀ ਦੱਸੀ ਜਾਂਦਾ। ਅਜੇ ਵੀ ਯਕੀਨ ਨਹੀਂ ਹੋਇਆ, ਫਿਰ ਵੀ ਸੋਚਦੀ ਵੀ ਇਹ ਵੀ ਝੂਠ ਬੋਲਦਾ ਹੋਣਾ। 3 4 5 10 ਸ਼ਾਮਾਂ ਤੱਕ ਉੱਥੇ ਰਾਹ ਹੀ ਪੁੱਛਦੀ ਰਹੀ,
ਸ਼ਾਮਾਂ ਪੈ ਗਈਆਂ। ਹੁਣ ਜਦੋਂ ਸ਼ਾਮਾਂ ਪੈ ਗਈਆਂ ਅਜੇ ਵੀ ਉਹਨੇ ਸੋਚਿਆ ਨਹੀਂ ਵੀ ਤੁਰ ਲਾਂ। ਸਵੇਰ ਤੋਂ ਲੈ ਕੇ 50 ਬੰਦਿਆਂ ਨੂੰ ਪੁੱਛ ਲਿਆ, ਸਾਰਿਆਂ ਨੇ ਇਹੀ ਰਸਤਾ ਦੱਸਿਆ ਤੇ ਮੈਨੂੰ ਤੁਰ ਪੈਣਾ ਚਾਹੀਦਾ। ਅਜੇ ਵੀ ਨਹੀਂ ਤੁਰੀ ਤੇ ਉਹ ਕਿੱਦਾਂ ਪਹੁੰਚ ਜੇਗੀ ਆਪਣੇ ਪਤੀ ਦੇ ਘਰ? ਜਿਹੜੀ ਇਸਤਰੀ ਤੁਰੀ ਨਹੀਂ ਉਸ ਰਸਤੇ ਤੇ, ਉਸ ਮਾਰਗ ਤੇ, ਜਿਹੜਾ ਰਾਹ ਉਹਦੇ ਘਰ ਨੂੰ ਜਾਂਦਾ ਉਸ ਰਸਤੇ ਤੇ ਹੀ ਨਾ ਜਾਵੇ ਤੇ ਕੀ ਉਹ ਪਹੁੰਚ ਜੇਗੀ ਆਪਣੇ ਪਤੀ ਦੇ ਘਰ 'ਚ? ਤੇ ਭਾਈ ਗੁਰਦਾਸ ਜੀ ਕਹਿੰਦੇ ਪੂਛਤ ਪਥਕ ਤੇ ਮਾਰਗ ਨਾ ਧਰੈ ਪੱਗ। ਰਾਹ ਤੇ ਪੁੱਛੀ ਜਾਂਦੀ ਹੈ ਪਰ ਮਾਰਗ ਉੱਤੇ ਤੁਰੀ ਕੋਈ ਨਹੀਂ, ਚੱਲੀ ਕੋਈ ਨਹੀਂ। ਪ੍ਰੀਤਮ ਕੈ ਦੇਸ਼ ਕੈਸੇ ਬਾਤ ਨ ਕਹਿ ਜਾਈਏ। ਗੱਲਾਂ ਨਾਲ ਨਹੀਂ ਪਹੁੰਚਿਆ ਜਾਂਦਾ। ਜਿੰਨਾ ਮਰਜ਼ੀ ਬੈਠਾ, ਭਾਵੇਂ ਇੱਕ ਦਿਨ ਛੱਡ ਕੇ 2 ਦਿਨ ਬੈਠੀ ਉੱਥੇ ਗੱਲਾਂ ਮਾਰੀ ਜਾਏ, ਇੱਕ ਦਿਨ ਛੱਡ ਕੇ ਭਾਵੇਂ 2 ਦਿਨ ਛੱਡ ਕੇ ਭਾਵੇਂ 10 ਦਿਨ ਉੱਥੇ ਖੜੋਤੀ ਰਾਹ ਪੁੱਛੀ ਜਾਏ, ਜੇ ਤੁਰੀ ਹੋਈ ਨਾ ਮੰਜ਼ਿਲ ਕਿੱਥੋਂ ਮਿਲ ਜਾਏਗੀ? ਫਿਰ ਦੂਜਾ ਜੇਕਰ ਉਹਨਾਂ ਕੀਤਾ ਸੀ, ਪੂਛਤ ਹੈ ਵੈਦ ਖਾਤਿ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸੇਜਾ ਸਮਾਈ ਹੈ। ਵੈਦ ਕੋਲ ਗਏ, ਡਾਕਟਰ ਕੋਲ ਗਏ, ਡਾਕਟਰ ਕਹਿੰਦਾ ਵੀ ਆ ਲੈ ਦਵਾਈ, ਆ ਤੈਨੂੰ ਰੋਗ ਹੈ, ਆ ਇਸ ਰੋਗ ਤੋਂ ਇਲਾਜ ਲਈ ਮੈਡੀਸਿਨ ਜਾ ਕੇ ਖਾ ਲਈ, ਖਾਣ ਤੋਂ ਬਾਅਦ ਚ ਪਰਹੇਜ਼ ਜ਼ਰੂਰ ਰੱਖੀ। ਤੇ ਲੈ ਕੇ ਦਵਾਈ ਆ ਗਿਆ ਬੰਦਾ ਘਰੇ, ਘਰ ਆ ਕੇ ਘਰ ਵਾਲਿਆਂ ਨੂੰ ਕਹਿੰਦਾ ਵੀ ਲਿਆਓ ਭਾਈ ਪਾਣੀ ਦਾ ਗਲਾਸ, ਮੈਂ ਦਵਾਈ ਖਾਣੀ। ਦਵਾਈ ਤੇ ਖਾ ਲਈ, ਪਰ ਜਿਹੜਾ ਪਰਹੇਜ਼ ਡਾਕਟਰ ਨੇ ਦੱਸਿਆ ਸੀ ਉਹ ਕੀਤਾ ਕੋਈ ਨਹੀਂ। 2-4 ਦਿਨ ਲੰਘੇ, ਦਵਾਈ ਮੁੱਕ ਗਈ। ਡਾਕਟਰ ਕੋਲ ਗਿਆ, ਜਾ ਕੇ ਕਹਿੰਦਾ ਡਾਕਟਰ ਸਾਹਿਬ ਆ ਲਓ ਤੁਹਾਡੀ ਦਵਾਈ, ਕਿਸੇ ਕੰਮ ਦੀ ਨਹੀਂ, ਕੋਈ ਫਰਕ ਨਹੀਂ ਪਿਆ। ਡਾਕਟਰ ਬੜਾ ਹੈਰਾਨ ਵੀ ਇਦਾਂ ਕਿਵੇਂ ਹੋ ਸਕਦਾ, ਵੀ ਮੈਂ ਤੇ ਇਹਨੂੰ ਚੰਗੇ ਤੋਂ ਚੰਗੀ ਮੈਡੀਸਿਨ ਦਿੱਤੀ, ਵੀ ਇਹ ਰੋਗ ਦਾ ਤੋੜ ਇਹਦੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਵੀ ਇਹ ਕਹਿੰਦਾ ਫਰਕ ਕੋਈ ਨਹੀਂ ਪਿਆ। ਡਾਕਟਰ ਨੇ ਫਿਰ ਪੁੱਛ ਲਿਆ, ਕਹਿੰਦਾ ਦਵਾਈ ਖਾਧੀ ਸੀ? ਕਹਿੰਦਾ ਜੀ ਖਾਧੀ ਸੀ। ਤੈਨੂੰ ਮੈਂ ਕੁਝ ਕੁ ਪਰਹੇਜ਼ ਰੱਖਣ ਨੂੰ ਕਹੇ ਸਨ, ਰੱਖੇ ਸੀ? ਨਹੀਂ ਜੀ ਪਰਹੇਜ਼ ਨਹੀਂ ਰੱਖੇ, ਸਗੋਂ ਜਿਹੜਾ ਕੁਝ ਤੁਸੀਂ ਪਰਹੇਜ਼ ਰੱਖਣ ਨੂੰ ਕਿਹਾ ਸੀ ਆਪਾਂ ਉਦੋਂ ਵੱਧ ਹੀ ਖਾਂਦੇ ਰਹੇ ਆ। ਤੇ ਡਾਕਟਰ ਕਹਿੰਦਾ ਸੱਜਣਾ ਫਿਰ ਨਾ ਕਸੂਰ ਮੇਰਾ ਤੇ ਨਾ ਦਵਾਈ ਦਾ, ਕਸੂਰ ਤੇਰਾ ਹੀ ਹੈ ਵੀ ਜਾਂ ਤੇ ਪਰਹੇਜ਼ ਰੱਖ ਲੈਂਦਾ ਤੇ ਤੇਰਾ ਬਚਾਅ ਹੋ ਜਾਣਾ ਸੀ। ਹੁਣ ਮੈਂ ਨਹੀਂ, ਤੂੰ ਜਿਹੜੇ ਮਰਜ਼ੀ ਡਾਕਟਰ ਕੋਲੋਂ ਜਾ ਕੇ ਦਵਾਈ ਲੈ ਲਾ, ਜਦੋਂ ਤੱਕ ਤੂੰ ਪਰਹੇਜ਼ ਨਹੀਂ ਰੱਖਦਾ ਉਦੋਂ ਤੱਕ ਤੇਰਾ ਇਲਾਜ ਨਹੀਂ ਹੋਣਾ। ਤੇ ਭਾਈ ਗੁਰਦਾਸ ਜੀ ਕਹਿੰਦੇ ਪੂਛਤ ਹੈ ਵੈਦ, ਵੈਦ ਕੋਲੋਂ ਪੁੱਛ ਲਿਆ, ਖਾਤ ਔਖਦ ਨਾ ਸੰਜਮ ਸਹਿ, ਸੰਜਮ ਦੇ ਨਾਲ ਦਵਾਈ ਨਹੀਂ ਖਾਧੀ, ਕੈਸੇ ਮਿਟੈ ਰੋਗ, ਰੋਗ ਕਿਵੇਂ ਮਿਟੇਗਾ? ਸੁਖ ਸੇਜਾ ਸਮਾਈਏ, ਸੁੱਖਾਂ ਵਿੱਚ ਕਿੱਦਾਂ ਸਮਾਵਾਂਗੇ, ਭਾਵ ਅਰੋਗਤਾ ਕਿਵੇਂ ਮਿਲੇਗੀ? ਫਿਰ ਤੀਜੀ ਉਦਾਹਰਣ ਦਿੰਦੇ, ਪੂਛਤ ਹੈ ਸੁਹਾਗਣ। ਵੇਖੀਆਂ ਸੁਹਾਗਣ ਇਸਤਰੀਆਂ ਤੇ ਜਾ ਕੇ ਉਹਨਾਂ ਨੂੰ ਪੁੱਛਦੀ ਹੈ ਵੀ ਤੁਸੀਂ ਸੁਹਾਗਣਾ ਕਿਵੇਂ ਹੋ, ਕਿਹੜਾ ਗੁਣ ਤੁਹਾਡੇ ਕੋਲ, ਕੀ ਕੁਛ ਹੈ ਤੁਹਾਡੇ ਕੋਲ? ਉਹ ਅੱਗੋਂ ਸੁਹਾਗਣਾ ਦੱਸ ਦਿੰਦੀਆਂ ਕਿ ਤੂੰ ਆਹ ਕਰਮ ਕਰਿਆ ਕਰ, ਇਦਾਂ ਆਪਣੇ ਪਤੀ ਨਾਲ ਰਿਹਾ ਕਰ, ਇਸ ਪ੍ਰਕਾਰ ਉਹਦੇ ਨਾਲ ਬੋਲ ਚਾਲ ਰੱਖਿਆ ਕਰ। ਉਹਨਾਂ ਨੇ ਦੱਸਤਾ। ਹੁਣ ਇਹਨੇ ਪੁੱਛ ਤੇ ਲਿਆ, ਭਾਈ ਗੁਰਦਾਸ ਜੀ ਕਹਿੰਦੇ ਪਰ ਤਬਦੀਲੀ ਕੋਈ ਨਹੀਂ ਕੀਤੀ। ਪੁੱਛਤ ਹੈ ਸੁਹਾਗਣ, ਕਰਮ ਹੈ ਦੁਹਾਗਣ ਕੇ, ਕੰਮ ਅਜੇ ਵੀ ਪਹਿਲੋਂ ਵਾਲੇ ਹੀ ਨੇ, ਕੰਮ ਅਜੇ ਵੀ ਦੁਹਾਗਣਾ ਵਾਲੇ ਹੀ ਨੇ। ਹਿਰਦੇ ਵਿਚਾਰ, ਹਿਰਦੇ ਚ ਵਿਚਾਰ ਚੁੱਕੀ ਫਿਰਦੀ ਹੈ, ਕਤ ਸੇਜਾ ਬੁਲਾਈ ਹੈ। ਉਹਨੇ ਸੇਜਾ ਤੇ ਕਿੱਥੋਂ ਸੱਦ ਲੈਣਾ, ਉਹਨੇ ਆਪਣੇ ਕੋਲ ਕਿੱਥੋਂ ਸੱਦ ਲੈਣਾ ਵੀ ਤੂੰ ਕੰਮ ਦੁਹਾਗਣਾ ਵਾਲੇ ਕਰੀ ਜਾਨੀ ਹੈ, ਹਿਰਦੇ ਚ ਤੇਰੇ ਵਿਚਾਰ ਹੈ, ਪਤੀ ਤੈਨੂੰ ਆਪਣੇ ਕੋਲ ਥੋੜੀ ਸੱਦੇਗਾ। ਇਸੇ ਤਰ੍ਹਾਂ ਗਾਏ ਸੁਣੇ ਆਂਖੇ ਮੀਚੈ, ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਐ। ਗਾਉਣ ਦੇ ਨਾਲ, ਅੱਖਾਂ ਮੀਚ ਕੇ ਬਹਿ ਜਾਣ ਦੇ ਨਾਲ ਨਹੀਂ ਮਿਲਦੀ ਉੱਚੀ ਅਵਸਥਾ। ਕਹਿੰਦੇ ਜੇ ਚਾਹੀਦੀ ਹੈ ਉੱਚੀ ਅਵਸਥਾ ਤੇ ਗੁਰ ਉਪਦੇਸ਼, ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਉਹਨੂੰ ਪਹਿਲੋਂ ਗਹਿ ਪਕੜ, ਫਿਰ ਉਹਨੂੰ ਕਮਾ। ਜਦੋਂ ਕਮਾਉਣ ਲੱਗ ਜਾਏਗੀ ਭਾਈ, ਫੇਰ ਹੀ ਤੈਨੂੰ ਉਹ ਪਰਮੇਸ਼ਵਰ ਤੋਂ ਕੋਲੋਂ ਪ੍ਰਸੰਨਤਾ, ਗੁਰੂ ਕੋਲੋਂ ਪ੍ਰਸੰਨਤਾ, ਖੁਸ਼ੀ ਮਿਲੇਗੀ, ਕਿਉਂਕਿ ਤੂੰ ਉਹਦੇ ਉਪਦੇਸ਼ ਨੂੰ ਕਮਾਉਣ ਲੱਗ ਗਈ ਹੈ। ਉਹ ਸੁਹਾਗਣ ਅਖਵਾਉਣ ਦੀ ਹੱਕਦਾਰ ਨਹੀਂ ਜਿਹਦਾ ਪਤੀ ਉਹਨੂੰ ਬਾਤ ਹੀ ਨਹੀਂ ਪੁੱਛਦਾ, ਕੋਈ ਹੱਕ ਨਹੀਂ ਉਹਨੂੰ ਸੁਹਾਗਣ ਅਖਵਾਉਣ ਦਾ। ਤੇ ਬਾਬਾ ਫਰੀਦ ਜੀ ਵੀ ਅੱਜ ਇਸੇ ਪੱਖ ਨੂੰ ਕਹਿ ਰਹੇ, ਕਹਿੰਦੇ ਫਿਰ ਵਾਤੜੀ ਨਾ ਪੁੱਛਈ,
ਧਨ ਸੁਹਾਗਣ ਨਾਉ, ਉਹ ਚੰਗੀ ਸੁਹਾਗਣ ਹੈ ਵੀ ਉਹਦੇ ਪਤੀ ਨੇ ਤੇ ਅੱਜ ਤੱਕ ਉਹਦੀ ਬਾਤ ਵੀ ਨਹੀਂ ਪੁੱਛੀ। ਸੋਹਰੈ ਪਈਐ ਕੰਤ ਕੀ, ਕੰਤ ਅਗੰਮ ਅਥਾਹ। ਹੁਣ ਤੀਜਾ ਜ਼ਿਕਰ ਕੀਤਾ, ਸਹੁਰੇ ਪਈਐ ਕੰਤ ਕੀ। ਜਿਹਨੂੰ ਮਾਲਕ ਜੀ ਬਾਣੀ 'ਚ ਪਤਾ ਕੀ ਕਹਿੰਦੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਰੱਬਾ ਹੁਣ ਤੇ ਤੇਰੇ ਤੋਂ ਆਪਣਾ ਆਪਾ ਵਾਰਤਾ, ਹੁਣ ਰੱਖ ਲਾ ਤੇ ਭਾਵੇਂ ਮਾਰ ਦੇ, ਹਾਂ ਮੈਂ ਤੇਰੀ। ਪਈ ਹੈ ਤੇ ਸਹੁਰੇ ਕੰਤ ਕੀ, ਪੇਕੇ ਪਰਿਵਾਰ ਵਿੱਚ ਵੀ ਪਤੀ ਦੀ ਤੇ ਸਹੁਰੇ ਪਰਿਵਾਰ ਵਿੱਚ ਵੀ ਪਤੀ ਦੀ। ਮਤਲਬ ਇਹ ਪੇਕੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਰੱਬੀ ਯਾਦ ਵਿੱਚ, ਤੇ ਸਹੁਰੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਪਤੀ, ਆਪਣੇ ਪਰਮੇਸ਼ਵਰ ਦੀ ਯਾਦ ਵਿੱਚ। ਤੇ ਕੰਤ ਅਗੰਮ ਅਥਾਹ, ਕੰਤ ਉਹ ਹੈ ਜਿਹੜਾ ਅਗੰਮ ਤੇ ਅਥਾਹ, ਜਿਹਦਾ ਕੋਈ ਪਾਰਾਵਾਰ ਨਹੀਂ, ਜਿਹਦੇ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ, ਜਿਹਦੇ ਤੱਕ ਗਮਨ ਕਰਕੇ ਜਾ ਹੀ ਨਹੀਂ ਸਕਦੇ। ਤੇ ਹੁਣ ਉਸ ਕੰਤ ਨੂੰ ਮਿਲਣਾ ਹੈ ਜਿਹੜਾ ਅਗੰਮ ਹੈ, ਜਿਹਦੇ ਤੱਕ ਪਹੁੰਚ ਨਹੀਂ ਸਕਦੇ। ਹੁਣ ਉਹਦੇ ਤੱਕ ਜਾਣ ਲਈ ਸਾਨੂੰ ਆਪਣੇ ਆਪੇ ਨੂੰ ਤਬਦੀਲ ਵੀ ਕਰਨਾ ਪੈਣਾ। ਤਬਦੀਲ ਕੀ ਕਰਨਾ ਪੈਣਾ? ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ। ਸੱਜਣਾ ਆਹ ਕੁਛ ਆਪਣੇ ਜੀਵਨ 'ਚ ਤਬਦੀਲੀ ਲਿਆ। ਆਹ ਪੈਰ ਤੇ ਆਹ ਹੱਥ ਰੱਬ ਨਾਲ ਨਹੀਂ ਲੱਗਣੇ, ਕਿਉਂਕਿ ਰੱਬ ਇਹਨਾਂ ਤੋਂ ਪਰੇ ਹੈ। ਭੈ ਕੇ ਚਰਨ, ਜੇ ਪੈਰ ਬਣਾਉਣੇ ਤੇ ਡਰਦੇ ਬਣਾ। ਕਰ ਭਾਵ ਕੇ, ਫਿਰ ਜਿਹੜੀਆਂ ਹੱਥਾਂ ਦੇ ਨਾਲ, ਜਿਹੜੀਆਂ ਬਾਹਾਂ ਦੇ ਨਾਲ ਆਪਣੇ ਪਤੀ ਨੂੰ ਗਲਵੱਕੜੀ ਪਾਉਣੀ, ਆਪਣੇ ਪਰਮੇਸ਼ਰ ਨੂੰ ਗਲੇ ਮਿਲਣਾ, ਉਹਨੂੰ ਕੀ ਕਰ? ਕਰ ਭਾਵ ਕੇ ਪਿਆਰ ਦੀਆਂ ਬਾਹਾਂ ਬਣਾ, ਹੱਥ ਪਿਆਰ ਦੇ ਬਣਾ। ਤੇ ਆਪਣੀਆਂ ਅੱਖਾਂ ਜਿਹੜੀਆਂ ਉਹ ਸੁਰਤ ਨੂੰ ਬਣਾ। ਫਿਰ ਕਿਤੇ ਜਾ ਕੇ ਕੰਤ ਦਾ, ਪਰਮੇਸ਼ਵਰ ਦਾ, ਪਤੀ ਦਾ ਮਿਲਾਪ ਹੋਣਾ। ਤੇ ਅਸੀਂ ਇਹੀ ਅੱਖਾਂ, ਇਹੀ ਹੱਥ ਤੇ ਇਹੀ ਪੈਰ ਲੈ ਕੇ ਕਹਿੰਦੇ ਹੀ ਰੱਬ ਤੱਕ ਪਹੁੰਚਣ ਵਾਲੇ ਆ। ਨਹੀਂ, ਨਾ ਇਹਨਾਂ ਹੱਥਾਂ ਨਾਲ ਉਹਦੇ ਗਲ ਲੱਗਿਆ ਜਾਣਾ, ਨਾ ਹੀ ਇਹਨਾਂ ਪੈਰਾਂ ਨਾਲ ਉਹਦੇ ਤੱਕ ਪਹੁੰਚਿਆ ਜਾਣਾ। ਪਹੁੰਚਾਂਗੇ ਤੇ ਗਲ ਲੱਗਾਂਗੇ ਨਾ, ਪਹੁੰਚਿਆ ਹੀ ਨਹੀਂ ਤਾਂ ਗਲ ਕੀ ਲੱਗਣਾ। ਤੇ ਜਦੋਂ ਤੱਕ ਸਾਨੂੰ ਦਿਸਣ ਹੀ ਨਾ ਲੱਗਾ ਅਸੀਂ ਤੁਰਾਂਗੇ ਕੀ? ਤਿੰਨੋਂ ਚੀਜ਼ਾਂ, ਪਤੀ ਨੂੰ ਮਿਲਣ ਚੱਲੇ ਆ, ਕੰਤ ਨੂੰ ਮਿਲਣਾ, ਪਰਮੇਸ਼ਵਰ ਨੂੰ ਮਿਲਣਾ, ਉਹਨੂੰ ਮਿਲਣ ਦੇ ਲਈ ਤੁਰਨਾ ਪੈਣਾ। ਤੇ ਤੁਰਨ ਦੇ ਲਈ ਵੇਖਣਾ ਪੈਣਾ। ਦਿਸਦਾ ਹੀ ਨਹੀਂ, ਤੁਰਾਂਗੇ ਕੀ? ਜਿਸ ਬੰਦੇ ਨੂੰ ਰਾਹ ਹੀ ਨਹੀਂ ਦਿਸਦਾ ਉਹਨੇ ਤੁਰਨਾ ਕੀ ਹੈ? ਅੱਖਾਂ ਹੈ ਨਹੀਂ, ਪੈਰ ਵੀ ਹੈ ਨਹੀਂ ਤੇ ਹੱਥ ਵੀ ਹੈ ਨਹੀਂ। ਚੱਲੇ ਕਿੱਥੇ ਆ? ਰੱਬ ਨੂੰ ਗਲ ਲਾਉਣ। ਤੇ ਸਤਿਗੁਰੂ ਕਹਿੰਦੇ ਜੇ ਰੱਬ ਨੂੰ ਗਲ ਲਾਉਣਾ, ਪਹਿਲਾਂ ਵੇਖਣਾ ਸਿੱਖ, ਆਪਣੀ ਸੁਰਤ ਨੂੰ ਅੱਖਾਂ ਬਣਾ। ਫਿਰ ਇਸ ਸੁਰਤ ਦੇ ਨਾਲ ਤੂੰ ਵੇਖ ਕੇ ਤੇ ਅਗਾਂਹ ਤੁਰਨਾ। ਹੁਣ ਭੈ ਦੇ, ਰੱਬ ਦੇ ਡਰ ਦੇ ਪੈਰ ਬਣਾ ਲਾ, ਜਿਨ੍ਹਾਂ ਨਾਲ ਤੁਰ ਕੇ ਜਾਣਾ। ਤੇ ਤੁਰਿਆ ਜਾਂਦਾ ਫਿਰ ਪ੍ਰੇਮ ਆਪਣੇ ਹਿਰਦੇ 'ਚ ਲੈ ਕੇ ਤੁਰੀ। ਉਹ ਪਿਆਰ ਨੂੰ ਬਾਹਾਂ ਬਣਾਈ, ਕਿਉਂਕਿ ਪਹੁੰਚਣ ਤੋਂ ਬਾਅਦ ਜਦੋਂ ਗਲ ਮਿਲਣਾ ਤੇ ਉੱਥੇ ਪਿਆਰ ਦੀਆਂ ਬਾਹਾਂ ਨੇ ਕੰਮ ਆਉਣਾ। ਤੇ ਜੇ ਨਾ ਹੋਈਆਂ, ਗਲ ਕਿੱਥੋਂ ਮਿਲੇਗਾ? ਤੇ ਅੱਜ ਬਾਬਾ ਫਰੀਦ ਜੀ ਕਹਿੰਦੇ ਸਾਹੁਰੇ ਪਈ ਹੈ ਕੰਤ ਕੀ। ਸਹੁਰੇ ਪਰਿਵਾਰ ਵਿੱਚ ਤੇ ਪੇਕੇ ਪਰਿਵਾਰ 'ਚ ਕੰਤ ਕੀ। ਕੰਤ ਅਗੰਮ ਅਥਾਹ। ਤੇ ਜਿਹੜਾ ਕੰਤ ਹੈ ਉਹ ਅਗੰਮ ਵੀ ਹੈ ਤੇ ਉਹ ਅਥਾਹ ਵੀ ਹੈ। ਨਾਨਕ ਸੋ ਸੁਹਾਗਣੀ, ਜੋ ਭਾਵੈ ਬੇਪਰਵਾਹ। ਸੁਹਾਗਣ ਉਹ ਹੀ ਅਖਵਾਉਣ ਦੀ ਹੱਕਦਾਰ ਹੈ ਜਿਹੜੀ ਆਪਣੇ ਪਤੀ ਨੂੰ ਭਾ ਜਾਏ, ਸੰਸਾਰਿਕ ਤੌਰ ਤੇ ਵੀ ਤੇ ਅਧਿਆਤਮਿਕ ਤੌਰ ਤੇ ਵੀ। ਇੱਕ ਬਾਬਾ ਫਰੀਦ ਜੀ ਦੇ ਅੱਗੇ ਜਾ ਕੇ ਸ਼ਲੋਕ ਆਉਣੇ ਸਮਾਪਤੀ ਤੇ ਜਾ ਕੇ, ਜਿੱਥੇ ਉਹਨਾਂ ਨਾ ਸੁਹਾਗਣਾ ਨੂੰ ਪੁੱਛਣਾ ਹੈ
ਵੀ ਜੇ ਆਪਣੇ ਪਤੀ ਨੂੰ ਵਸ ਚ ਕਰਨਾ ਹੋਵੇ ਤੇ ਕਿਹੜਾ ਤਰੀਕਾ। ਸਵਾਲ ਹੈ ਇੱਕ ਵੀ ਜੇ ਪਤੀ ਵਸ ਚ ਕਰਨਾ ਹੋਵੇ ਤੇ ਕਿਹੜਾ ਤਰੀਕਾ, ਮੈਂ ਕਿਹੜਾ ਪਹਿਰਾਵਾ ਪਾਵਾਂ, ਕਿਹੜੀ ਜ਼ੁਬਾਨ ਤੋਂ ਮੈਂ ਬਚਨ ਬੋਲਾਂ, ਤੇ ਕਿੱਦਾਂ ਦਾ ਬਿਹੇਵ ਮੇਰਾ ਹੋਣਾ ਚਾਹੀਦਾ ਵੀ ਮੇਰਾ ਪਤੀ ਮੇਰੇ ਵਸ ਚ ਹੋਵੇ। ਪਹਿਲੋਂ ਆਪ ਹੀ ਸਵਾਲ ਕਰਨੇ, ਫਿਰ ਆਪ ਹੀ ਜਵਾਬ ਵੀ ਦੇ ਦੇਣੇ। ਤੇ ਉਹਨਾਂ ਪਹਿਲੋਂ ਸਵਾਲ ਕੀਤਾ, ਕਵਣ ਸੋ ਅਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ। ਕੰਤ ਮਤਲਬ ਪਤੀ, ਜਿਸ ਨਾਲ ਮੇਰਾ ਪਤੀ ਵਸ ਚ ਆ ਜਾਏ। ਤੇ ਇਹ ਸੰਸਾਰਕ ਤੌਰ ਤੇ ਵੀ ਹੈ ਤੇ ਰੱਬ ਵਾਲੇ ਪਾਸੇ ਵੀ। ਜੇ ਸਾਡੇ ਕੋਲ ਆ 3 ਗੁਣ ਹੋਣਗੇ, ਪਤੀ ਤੇ ਪਤਨੀ ਦੋਵਾਂ ਵਿਚਲਾ ਪ੍ਰੇਮ ਇਹਨਾਂ 3 ਗੁਣਾਂ ਕਰਕੇ ਹੀ ਹੈ। ਨਿਵਣ ਸੋ ਅਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ 3 ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਤੇ ਬਾਬਾ ਫਰੀਦ ਜੀ ਕਹਿੰਦੇ ਮੇਰੀ ਇਹ ਭੈਣੇ ਆ 3 ਤਰ੍ਹਾਂ ਦੇ ਵੇਸ ਕਰ ਲਾ, ਆ 3 ਤਰ੍ਹਾਂ ਦਾ ਪਹਿਰਾਵਾ ਪਾ ਲਾ। ਜੇ ਆਹ ਪਾ ਲੇਂਗੀ ਨਾ, ਤੇਰਾ ਪਤੀ ਤੇਰੇ ਵਸ ਤੋਂ ਬਾਹਰ ਹੋ ਹੀ ਨਹੀਂ ਸਕਦਾ। ਆਪਾਂ ਕਹਿ ਸਕਦੇ ਹਾਂ ਪਤੀ ਤੇ ਪਤਨੀ ਵਿਚਲਾ ਪ੍ਰੇਮ ਕਦੇ ਨਹੀਂ ਮੁੱਕੇਗਾ ਜੇ ਆ 3 ਗੁਣ ਕੋਲੇ ਨੇ। ਨਿਵਣ ਸੋ ਅਖਰ, ਨਿਮਰਤਾ ਕੋਲੇ ਹੈ ਨਾ, ਝੁਕ ਜਾਣਾ ਬੜਾ ਵੱਡਾ ਗੁਣ ਹੈ। ਖਵਣ ਗੁਣ, ਫਿਰ ਮੁਆਫ ਕਰ ਦੇਣਾ। ਰੱਬ ਦੇ ਬਣਾਏ ਹੋਏ ਜੀਵ ਆ, ਪਤੀ ਕੋਲੋਂ ਵੀ ਗਲਤੀ ਹੋ ਸਕਦੀ ਹੈ ਤੇ ਗਲਤੀ ਪਤਨੀ ਕੋਲੋਂ ਵੀ ਹੋ ਸਕਦੀ ਹੈ। ਇਹ ਨਹੀਂ ਪਤੀ ਕਵੇ ਚੱਲ ਮੈਂ ਮਾਫ ਕੀਤਾ ਤੇ ਪਤਨੀ ਕਵੇ ਕਾਹਦੀ ਮਾਫੀ। ਜੇ ਪਤਨੀ ਮੁਆਫ ਕਰ ਰਹੀ ਤੇ ਫਿਰ ਹੱਕ ਪਤੀ ਦਾ ਵੀ ਬਣ ਰਿਹਾ ਵੀ ਤੂੰ ਵੀ ਮੁਆਫ ਕਰ ਦੇ। ਖਵਣ ਗੁਣ, ਕਦੇ ਲੜਾਈ ਨਹੀਂ ਹੋਏਗੀ। ਜਿਹਬਾ ਮਣੀਆਂ ਮੰਤ, ਜ਼ੁਬਾਨ ਕਰਕੇ ਮਿੱਠਾ ਬੋਲਣਾ ਅੱਜ ਦੇ ਟਾਈਮ 'ਚ ਸਭ ਤੋਂ ਲਾਜ਼ਮੀ ਹੈ। ਤੇ ਪਰ ਅੱਜ ਦੀ ਸੋਚ ਪਤਾ ਕੀ ਬਣ ਗਈ, ਇੱਕ ਪਰਸਨ ਕਹਿੰਦਾ ਮੈਨੂੰ ਮੈਂ ਰਿਸਪੈਕਟ ਚਾਹੁੰਦਾ ਵਾਂ, ਮੈਨੂੰ ਰਿਸਪੈਕਟ ਦਿੱਤੀ ਜਾਏ, ਤੇ ਦੂਜੇ ਨੂੰ ਮੈਂ ਦੇਵਾਂ ਕੋਈ ਨਾ। ਪਰ ਰੀਤ ਇਹ ਹੈ ਜੀ ਕਹੋ ਤੇ ਜੀ ਕਹਾਓ। ਜੇ ਜੀ ਅਖਵਾਉਣ ਦੀ ਚਾਹ ਹੈ ਨਾ, ਇੱਛਾ ਹੈ, ਤੇ ਪਹਿਲੋਂ ਕਹਿਣਾ ਵੀ ਸਿੱਖ ਲਈਏ, ਫੇਰ ਹੀ ਅਖਵਾਉਣ ਦੇ ਹੱਕਦਾਰ ਆ। ਤੇ ਸਾਹਿਬ ਕਹਿੰਦੇ ਆ 3 ਗੁਣ ਕਰ ਲਾ, ਇਹ 3 ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਤੇਰਾ ਪਰਮੇਸ਼ਵਰ ਪਤੀ ਹਰ ਵਕਤ ਤੇਰੇ ਵਸ ਚ ਹੋਏਗਾ। ਤੇ ਅੱਜ ਬਾਬਾ ਫਰੀਦ ਜੀ ਦੇ ਇਹਨਾਂ ਸ਼ਲੋਕਾਂ ਵਿੱਚ ਜ਼ਿਕਰ ਕਰਦੇ ਆ। ਆਹ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਸਾਹੁਰੇ ਪਈ ਹੈ ਕੰਤ ਕੀ, ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ। ਇਹ ਨਾਨਕ ਉਹ ਸੁਹਾਗਣ ਹੈ ਇਸਤਰੀ ਜੋ ਭਾਵੈ ਬੇਪਰਵਾਹ, ਜਿਹੜੀ ਆਪਣੇ ਬੇਪਰਵਾਹ ਪਤੀ ਨੂੰ ਪਾ ਜਾਏ। ਸੰਸਾਰਕ ਤੌਰ ਤੇ ਕਿਸੇ ਨੂੰ ਭਾਉਣਾ ਕੋਈ ਬਹੁਤਾ ਔਖਾ ਨਹੀਂ, ਰੱਬ ਨੂੰ ਭਾ ਜਾਣਾ ਸਭ ਤੋਂ ਔਖਾ ਹੈ, ਮੁਸ਼ਕਲ ਹੈ। ਤੇ ਜਿਹੜਾ ਰੱਬ ਨੂੰ ਭਾ ਜਾਏ ਨਾ, ਤੇ ਫਿਰ ਸੰਸਾਰਕ ਤੌਰ ਤੇ ਪਰਵਾਹ ਹੀ ਨਹੀਂ ਰਹਿ ਜਾਂਦੀ। ਰੱਬ ਨੂੰ ਹੀ ਭਾਉਣਾ ਸਭ ਤੋਂ ਔਖਾ, ਤੇ ਜਿਹੜਾ ਰੱਬ ਨੂੰ ਭਾ ਗਿਆ ਉਹਨੂੰ ਕਿਸੇ ਹੋਰ ਦੀਆਂ ਨਜ਼ਰਾਂ 'ਚ ਭਾਉਣ ਦੀ ਲੋੜ ਹੀ ਨਹੀਂ। ਰੱਬ ਨੇ ਸਾਰੀਆਂ ਦੀਆਂ ਨਜ਼ਰਾਂ 'ਚ ਚੰਗਾ ਆਪੇ ਹੀ ਬਣਾ ਦੇਣਾ। ਸਿੱਖ ਰੱਬ ਦੀਆਂ ਨਜ਼ਰਾਂ 'ਚ ਅਸੀਂ ਚੰਗੇ ਬਣ ਜਾਈਏ। ਸਤਿਗੁਰੂ ਕਿਤੇ ਮਿਹਰ ਕਰਨ। ਮਾਲਕ ਪਾਤਸ਼ਾਹ ਦੇ ਅੱਗੇ ਅਰਦਾਸ ਹੱਥ ਜੋੜ ਕੇ ਬੇਨਤੀ ਕਰਦੇ ਰਿਹਾ ਕਰੋ, ਰੱਬਾ ਹੇ ਪਰਮੇਸ਼ਵਰ, ਹੇ ਪਤੀ, ਸਾਡੇ ਵੀ ਹਰ ਵਕਤ ਹਿਰਦਿਆਂ ਵਿੱਚ ਤੇਰਾ ਚਿੰਤਨ ਬਣਿਆ ਰਿਹਾ ਕਰੇ। ਕਿਰਪਾ ਕਰ ਅਸੀਂ ਹਰ ਵਕਤ ਤੈਨੂੰ ਚੇਤੇ ਕਰਦੇ ਰਹੀਏ, ਤੈਨੂੰ ਧਿਆਉਂਦਿਆਂ, ਤੈਨੂੰ ਆਰਾਧਦਿਆਂ ਸਾਡਾ ਪੇਕਾ ਪਰਿਵਾਰ ਵੀ ਅਸੀਂ ਖੁਸ਼ਹਾਲੀ ਨਾਲ ਸਮਾਂ ਲੰਘਾ ਲਈਏ। ਤੇ ਜਿਸ ਦਿਨ ਤੇਰੇ ਘਰ ਸਹੁਰੇ ਪਰਿਵਾਰ ਵਿੱਚ ਆਈਏ ਤੇ ਉਦਣ ਵੀ ਸਾਨੂੰ ਪ੍ਰਵਾਨਗੀ ਮਿਲ ਜਾਏ। ਭਾਵੇ ਵੀ ਸਾਡਾ ਲੋਕ ਵੀ ਸੁਖੀਆ ਹੋਵੇ ਤੇ ਸਾਡਾ ਪਰਲੋਕ ਵੀ ਸੁਹੇਲਾ ਹੋਵੇ। ਗੁਰੂ ਅੱਗੇ ਹਰ ਵਕਤ ਅਰਦਾਸ ਕਰਦੇ ਰਿਹਾ ਕਰੀਏ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀ ਦਾਤ ਗੁਰਸਿੱਖੀ ਜੀਵਨ ਨਾਲ ਭਰ ਦੇਣ, ਤਾਂ ਜੋ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਮਾਲਕ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸੋਹਰੇ ਪਈਐ ਕੰਤ ਕੀ, ਕੰਤ ਅਗੰਮ ਅਥਾਹ। ਨਾਨਕ ਸੋ ਸੁਹਾਗਣੀ, ਜੋ ਭਾਵੈ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।